हम सर दीन दयाल ना तुम सर, अब पतियार क्या कीजै। बचनी तोर मोर मन मानै, जन को पूरन दीजै। हाँ बल बल जाऊं रामैया कारने, कारण कवन अबोल। बहुत जन्म बिछरे थे माधो, एह जन्म तो मारे लेखे। कह रविदास आस लग जीवों, चिर भयो दर्शन देखे। बहुते फेर पाए किरपन को, अब किछ कृपा कीजै। हो दयाल दर्शन दो अपना, ऐसे बख्श करीजै। जेता जियो पिंड सब तेरा, तू अंतर जामी पुरख भगवान। दासन दास कह जन नानक, जेहा तू कराहे, तेहा हों करी बख्यान। दासन दास कह जन नानक, जेहा तू कराहे, तेहा हों करी बख्यान। परम सम्मान योग शब्द गुरु सतगुरु ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋਂ, ਆਪ ਜੀ ਨੇ ਹਜ਼ੂਰ ਦੀ ਇਲਾਹੀ ਗੁਰਬਾਣੀ ਦਾ रस पिन्ना कीर्तन श्रवण कीता है जी। सतगुरु गुरु नानक साहब महाराज उन्हां दे पावन पवित्र मुखार बिन तो उच्चारण कीते हुए बचन, जो उस एक ओंकार दी सिबत सलाह विच हजूर ने उच्चारण कीते ने, इन्हां दी विचार आपां पिछले कुछ दिनों तो करते आ रहे हाँ। जिवें कल आपां ने विचार कीते सी, ओ एको ओंकार जिस दे नाल सानू धन गुरु नानक साहब जी जोड़ते पे ने, जिस एक ओंकार तो सारा विस्तार होया है, जो एक ही सारियां दे अंदर सर्व व्यापक है, जो एक किसे तो भय नहीं खांदा, किसे नाल वैर नहीं कमांदा, जिस ऊपर समय ने अपना कदी प्रभाव नहीं पाया, समय नू रचन वाला ओ वे। ते साहब ने कल क्या कहन लगे, फिर इहो जिहा मेरा प्रभु कदी जूना विच भी नहीं आउंदा, ओदा कदी जन्म नहीं होया। सतगुरु ने फिर नाल क्या, वो अपने आप सुते सिद्ध प्रकाशमान है, ओनू किसे दी मुथाजी दी लोड़ नहीं, ओनू किसे दे आधार दी लोड़ नहीं, ओनू किसे दी सपोर्ट दी लोड़ नहीं,
ਉਹ ਤਾਂ ਆਪਣੇ ਆਪ ਹੀ ਪ੍ਰਕਾਸ਼ਮਾਨ ਹੈ। ਤੇ ਆਓ ਇਸ ਤੋਂ ਅੱਗੇ ਫਿਰ ਜਗਿਆਸੂ ਜੇ ਪੁੱਛ ਲੈ ਮੇਰੇ ਸਤਿਗੁਰੂ, ਜਿਸ ਪਰਮੇਸ਼ਵਰ ਦੇ ਇੰਨੇ ਗੁਣ ਤੁਸੀਂ ਬਿਆਨ ਕੀਤੇ ਨੇ, ਉਹਦੀ ਪ੍ਰਾਪਤੀ ਦਾ ਸਾਧਨ ਕੀ ਹੈ? ਕਿਰਪਾ ਕਰਕੇ ਦੱਸੋ ਨਾ। ਜਿਹੜਾ ਇੱਕ ਹੈ, ਜਿਸ ਦਾ ਨਾਮ ਸੱਚਾ ਹੈ, ਸਭ ਨੂੰ ਬਣਾਉਣ ਵਾਲਾ ਹੈ, ਨਿਰਭਉ ਤੇ ਨਿਰਵੈਰ ਕਹਿੰਦੇ ਹੋ, ਜਿਹਦੇ ਤੇ ਸਮੇਂ ਦਾ ਪ੍ਰਭਾਵ ਨਹੀਂ, ਜੋ ਕਦੀ ਜੂਨਾਂ ਵਿੱਚ ਨਹੀਂ ਆਇਆ, ਆਪਣੇ ਆਪ ਹੀ ਜਿਹੜਾ ਪ੍ਰਕਾਸ਼ਮਾਨ ਹੈ, ਫਿਰ ਇਹਦੀ ਪ੍ਰਾਪਤੀ ਦਾ ਕੋਈ ਸਾਧਨ ਹੈ, ਕੋਈ ਤਰੀਕਾ ਹੈ ਉਸ ਏਕ ਓੰਕਾਰ ਨਾਲ ਅਸੀਂ ਮਿਲ ਸਕੀਏ? ਕਿਤੇ ਗੁਰੂ ਕਿਰਪਾ ਨਾਲ ਸਾਨੂੰ ਉਸ ਦੀ ਪ੍ਰਾਪਤੀ ਹੋ ਜਾਏ। ਤੇ ਸਤਿਗੁਰੂ ਨੇ ਉਹਦਾ ਤਰੀਕਾ ਅੱਜ ਦੱਸਿਆ, ਉਹ ਵੀ ਗੁਰ ਪ੍ਰਸਾਦ। ਆਓ ਹਜ਼ੂਰ ਦੇ ਇਹਨਾਂ ਬਚਨਾਂ ਦੀ ਵਿਚਾਰ ਆਪਾਂ ਨੇ ਕਰਨੀ। ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ ਸੁਰਤ ਗੁਰਦੇਵ ਦੇ ਚਰਨਾਂ ਅੰਦਰ ਜੋੜੋ, ਅਸੀਸ ਬਖਸ਼ੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪ ਹੀ ਕਿਰਪਾ ਕਰੋ, ਆਪ ਹੀ ਬਖਸ਼ਿਸ਼ ਕਰਕੇ ਨਰੋਲ ਗੁਰਮਤਿ ਅਨੁਸਾਰ ਸ਼ਰਧਾ ਪ੍ਰੇਮ ਨਾਲ ਭਿੱਜ ਕੇ ਆਪਣੇ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਪਿਆਰਿਓ, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਏਕ ਓੰਕਾਰ ਦੇ ਗੁਣਾਂ ਦੇ ਨਾਲ ਜੋ ਪ੍ਰਾਪਤੀ ਦਾ ਸਾਧਨ ਦੱਸਿਆ, ਉਹਦਾ ਮਿਲਾਪ ਕਿਵੇਂ ਹੋ ਸਕਦਾ ਹੈ? ਉਸ ਏਕ ਓੰਕਾਰ ਨਾਲ ਜੁੜਿਆ ਕਿਵੇਂ ਜਾ ਸਕਦਾ ਹੈ? ਕੀ ਕੋਈ ਤਪ ਕਰਨੇ ਪੈਂਦੇ ਨੇ? ਕੀ ਘਰ-ਬਾਰ ਨੂੰ ਤਿਆਗ ਕੇ ਜੰਗਲ ਬੇਲਿਆਂ ਵਿੱਚ ਰਹਿਣਾ ਪੈਂਦਾ ਹੈ? ਕੀ ਪਹਾੜਾਂ ਦੀਆਂ ਗੁਫਾਵਾਂ ਵਿੱਚ ਟੇਕ ਕੇ ਕੋਈ ਧਿਆਨ ਲਾਣਾ ਪੈਂਦਾ ਹੈ? ਕੀ ਉਸ ਇੱਕ ਨੂੰ ਪਾਣ ਦੇ ਲਈ ਧੂਣੀਆਂ ਰਮਾਣੀਆਂ ਪੈਂਦੀਆਂ ਨੇ? ਤੇ ਪੁੱਛੀਏ ਸਾਹਿਬ ਉਹਦੀ ਪ੍ਰਾਪਤੀ ਕਿਵੇਂ? ਤੇ ਹਜ਼ੂਰ ਨੇ ਕਿਹਾ ਪਿਆਰਿਆ, ਜਿਹੜਾ ਬੇਅੰਤ ਗੁਣਾਂ ਦਾ ਮਾਲਕ ਹੈ, ਉਸ ਨੂੰ ਪਾਣ ਦਾ ਇੱਕੋ ਇੱਕ ਤਰੀਕਾ ਹੈ, ਗੁਰ ਪ੍ਰਸਾਦ। ਪ੍ਰਸਾਦ ਦਾ ਅਰਥ ਇੱਥੇ ਕਿਰਪਾ ਹੈ, ਗੁਰ ਦਾ ਅਰਥ ਹੈ ਗੁਰੂ। ਜੇ ਸਤ ਗੁਰੂ ਦੀ ਕਿਰਪਾ ਹੋ ਜਾਏ ਤਾਂ ਉਹਦੀ ਪ੍ਰਾਪਤੀ ਹੁੰਦੀ ਆ। ਆਪਣੀ ਕਮਾਈ ਦਾ ਕੋਈ ਦਾਵਾ ਨਹੀਂ, ਆਪਣੀ ਮੁਸ਼ੱਕਤ ਦਾ, ਆਪਣੀ ਮਿਹਨਤ ਦਾ, ਆਪਣੀ ਘਾਲਣਾ ਦਾ ਕਦੀ ਵੀ ਦਾਵਾ ਨਾ ਕਰੀ ਕਿ ਮਾਲਕਾ ਮੈਂ ਤੇਰੀ ਖਾਤਰ ਇੰਨਾ ਕੁਝ ਕਰਦਾ ਰਿਹਾ। ਜਿੱਦਣ ਵੀ ਉਹਨੇ ਘਰ ਵਿੱਚ ਆਉਣਾ, ਉਹ ਦਿਨ ਗੁਰੂ ਦੀ ਕਿਰਪਾ ਨਾਲ ਆਉਣਾ। ਸ਼ਬਦ ਹੈ ਗੁਰ ਪ੍ਰਸਾਦ। ਪਹਿਲਾਂ ਤੇ ਮੈਂ ਅਰਜ਼ ਕਰਦਿਆਂ, ਕਈ ਵਾਰੀ ਕਈ ਸੱਜਣ ਇਹਦਾ ਪਾਠ ਕਰਦੇ ਨੇ ਗੁਰ ਪ੍ਰਸਾਦ, ਸੱਸੇ ਦੇ ਪੈਰ ਥੱਲੇ ਬਿੰਦੀ ਲਾ ਦਿੰਦੇ ਆ। ਤੇ ਆਪ ਜੀ ਨੂੰ ਪਤਾ ਹੋਵੇ, ਜਦੋਂ ਅਸੀਂ ਇੱਕ ਬਿੰਦੀ ਵੀ ਇਸ ਸੱਸੇ ਦੇ ਪੈਰ ਥੱਲੇ ਲਾ ਦਿੱਤੀ ਨਾ, ਉਦੋਂ ਅਰਥ ਤਬਦੀਲ ਹੋ ਜਾਣੇ ਜੀ। ਜਦੋਂ ਆਪਾਂ ਸੱਸੇ ਥੱਲੇ ਬਿੰਦੀ ਲਾਈ, ਪ੍ਰਸ਼ਾਦ, ਪ੍ਰਸ਼ਾਦ ਆਪਾਂ ਦੇਗ ਨੂੰ ਵੀ ਕਹਿੰਦੇ ਆ, ਗੁਰੂ ਕੇ ਲੰਗਰ ਨੂੰ ਵੀ ਕਈ ਵਾਰੀ ਕਈ ਸ਼ਰਧਾ ਵਾਲੇ ਸਿੱਖ ਪ੍ਰਸ਼ਾਦ ਕਹਿ ਦਿੰਦੇ ਨੇ। ਪਰ ਇੱਥੇ ਸ਼ਬਦ ਦੇ ਪ੍ਰਸਾਦ, ਬਾਣੀ ਵਿੱਚ ਇਹਦੇ ਸਵਰੂਪ ਆਉਂਦੇ ਨੇ, ਪ੍ਰਸਾਦ, ਪ੍ਰਸਾਦੇ, ਪ੍ਰਸਾਦੀ। ਧਿਆਨ ਰੱਖਣਾ ਅਰਥ ਇੱਕੋ ਹੀ ਹੈ, ਗੁਰੂ ਕੀ ਕਿਰਪਾ ਦੁਆਰਾ। ਤੇ ਜਦੋਂ ਅਸੀਂ ਪ੍ਰਸ਼ਾਦ ਇਹਦਾ ਉਚਾਰਨ ਕਰਾਂਗੇ ਤੇ ਅਰਥ ਤਬਦੀਲ ਹੋ ਜਾਣਗੇ। ਸਤਿਗੁਰੂ ਨੇ ਬਾਣੀ ਵਿੱਚ ਇਹੀ ਕਾਰਨ, ਜਦੋਂ ਆਪਾਂ ਸਵੇਰੇ ਅੰਮ੍ਰਿਤ ਵੇਲੇ ਗੁਰਦੇਵ ਦੀ ਨਿਤਨੇਮ ਦੀ ਬਾਣੀਆਂ ਦਾ ਜਾਪ ਕਰਨੇ ਆ, ਉੱਥੇ ਸ਼ਬਦ ਆਉਂਦਾ ਤਵ ਪ੍ਰਸਾਦ। ਗੱਲ ਉਹ ਵੀ ਇਹੀ ਹੈ, ਤੇਰੀ ਕਿਰਪਾ ਨਾਲ। ਤੇ ਹਜ਼ੂਰ ਇੱਥੇ ਕਹਿ ਰਹੇ ਨੇ ਗੁਰ ਪ੍ਰਸਾਦ। ਗੁਰ ਦਾ ਅਰਥ ਹੈ ਗੁਰੂ, ਪ੍ਰਸਾਦ ਦਾ ਅਰਥ ਹੈ ਕਿਰਪਾ। ਜੇ ਉਸ ਏਕ ਓੰਕਾਰ ਤੱਕ ਤੂੰ ਪਹੁੰਚਣਾ ਚਾਹਨਾ ਤੇ ਪ੍ਰਾਣੀ ਤੂੰ ਗੁਰੂ ਕੀ ਕਿਰਪਾ ਲੈ ਲੈ। ਹੁਣ ਇੱਥੇ ਇੱਕ ਸਵਾਲ ਉੱਠਦਾ ਹੈ, ਗੁਰੂ ਨਾਨਕ ਸਾਹਿਬ ਜੀ ਨੇ ਕਿਹੜੇ ਗੁਰੂ ਦੀ ਗੱਲ ਕੀਤੀ? ਕਿੱਥੋਂ ਆਪਾਂ ਪ੍ਰਸਾਦ ਲੈਣੀ ਹੈ? ਕਿਹਦੇ ਤੋਂ ਕਿਰਪਾ ਲੈਣੀ ਹੈ? ਅੱਜ ਆਮ ਤੌਰ ਤੇ ਗੁਰੂ ਸ਼ਬਦ ਜਦੋਂ ਉਚਾਰਨੇ ਹਨ, ਖਿਮਾ ਕਰਿਓ ਕਿ ਲੋਕ ਇਸ ਗੁਰੂ ਸ਼ਬਦ ਦੀ ਦੁਰਵਰਤੋਂ ਕਰ ਰਹੇ ਨੇ, ਕਿਉਂਕਿ ਸਤਿਗੁਰੂ ਨੇ ਕਿਸੇ ਹੋਰ ਸੰਦਰਭ ਵਿੱਚ ਕਿਹਾ। ਤੇ ਸਾਡੇ ਕਈ ਲੋਕ ਐਸੇ ਸਮਾਜ ਵਿੱਚ ਨੇ ਜਿਹੜੇ ਕਹਿਣਗੇ ਗੁਰੂ ਨਾਨਕ ਨੇ ਕਿਹਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਤੇ ਜਿੰਨੀ ਦੇਰ ਤੱਕ ਪੂਰਾ ਗੁਰੂ ਨਹੀਂ ਮਿਲਣਾ, ਓਨੀ ਦੇਰ ਤੱਕ ਪ੍ਰਾਪਤੀ ਨਹੀਂ। ਇਹਦੇ ਵਿੱਚ ਕੋਈ ਸ਼ੱਕ ਨਹੀਂ
कि पूरे मुर्शद तो बिना उस एक नाल गल ही नहीं हो सकती। पर यह ना करिए कि आप गुरु शब्द की दुर्वरतों करके किसी देहधारी की पूजा विच पै जाइए। ध्यान देना, गुरु के केड़े गुण ने। मैं अर्ज करा, हजूर ने बाणी विच एक बचन किया। पहला गुरु की परिभाषा की। वैसे तो गुरु चार तरह के मन्ने ने। गुरमत के साहित्य अंदर गुरु हरगोबिंद साहब जी नाल बचन बिलास होए सिखां दे गुर बिलास पातशाही 6वीं विच। ते उन्हां पुछ लिया, महाराज कई लोग जिहड़े ने अपने आप नूं गुरु कहांदे पए ने, ते वैसे गुरु दा आखरी अर्थ जिहड़ा है, गुरु संस्कृत दी गरी धातु तो बने है। ये दो शब्दां दा, दो अखरां दा सुमेल है, गू ते रूह। गू दा अर्थ है अंधकार, रूह दा अर्थ है चानण। भाई कान सिंह नाभा महान कोश विच इहदा अर्थ करदे ने, गुरु ओवे जिहड़ा साडे अंदर नूं अज्ञानता दे हनेरे विचों कढ के वाहिगुरू जी दे नाम दे चानण विच लै जावे। गुरु दा आखरी अर्थ यही बनदा है। यही कारण जदों असीं पढ़ने आ ना गुरदेव दी बाणी विचों जां भाई गुरदास दीआं वारां विचों, वाहिगुरू गुर मंत्र है जप होमै खोई। ते मैं एक अर्ज करा, मंत्र जप नाम जिहड़ा मर्जी लै ले, जिहड़ा मर्जी जप लै, जिन जिन नाम ध्याया, जां साहब कहंदे ने कोई गावे को सुने, पर जिन्ने वाहिगुरू गुर मंत्र दे नाल किरपा लैनी है ना, सतगुरु दे घर दा एक विधान है, ओनू पूरी रीति दे नाल पहला गुर मंत्र लैना पएगा, गुरु दीख्या लैनी पएगी। मैं अर्ज कर रहा, गुरु दा अर्थ है जेड़ा हनेरे तो चानण विच लै जाए। शब्द है वाहिगुरू। वाहे दा अर्थ है आश्चर्य। जदों सिख दे ऊपर उस प्यारे दी किरपा हुई जिदे दीदार लई तड़फदा पिया है, जिदे दर्शनां लई दिन रात जोदड़ियां करदा है, जदों गुरु दी किरपा नाल ओदी प्राप्ति होई ते उदों मुख विचों शब्द निकलिया, वाहिगुरू हे आश्चर्य मेरे दातिया, तू आश्चर्य है, तू अजीब है, विस्माद विच ले जाण वाला है। खैर मैं अपने विषय ते फिर आवां। साहब कह रहे ने कि गुरु की परिभाषा की। मैं अर्ज की गुरु हरगोबिंद साहब नूं पुछया ते हजूर कहन लगे कि गुरु तो बड़े बने बैठे ने, पर आम तौर ते गुरु नूं 4 श्रेणियां विच वंडिया है। पूरा गुरु केड़ा है? साहब ने पहला बचन किया, कहन लगे एक गुरु है भृंगी गुरु, दूसरे गुरु का नाम है बावन चंदन गुरु, तीसरे गुरु का नाम है पारस गुरु, ते चौथे गुरु का नाम है दीपक गुरु। ध्यान देना, थोड़ा जिहा गल आपां एक ओंकार दी करनी है ते एक गुरु दी करनी है। सिर्फ इन्नी को गल के मेरा गुरु केड़ा है? साहब नूं पुछया सिखां ने, महाराज एदा विस्तार करोगे? हजूर ने क्या कहन लगे, भृंगी गुरु ओ वे कि भृंगी नां दा एक कीड़ा है, वो खास किस्म के कीड़ियां नूं खास रुत दे अंदर पकड़ के लियाउंदा है ते उन्हां दे मूंह कोल अपने मुख तो कुछ बोलदा है ते ओदी आवाज दा असर इन्ना कुछ हुंदा है, वो कीड़े जिहड़े ने कुछ समय तो बाद ओदा रूप बन के ओदे वर्गी बोली बोलदे ने। साहब कहन लगे भृंगी गुरु जिहड़ा है वो खास जात दे लोकां विच तब्दीली लिया सकदा है, पर हर एक कीड़े नूं भृंगी जिहड़ा है याद रखना अपने वर्गा नहीं बना सकदा। साहब ने दूजा क्या, बावन चंदन गुरु, कहन लगे चंदन दा रुख खास खास रुत विच महक दिंदा है, ये नाल दी बनास्पति नूं सुगंधी नाल भरपूर करदा है, पर चंदन दे रुख विच इन्नी को ताकत नहीं कि अपने नेड़े पैदा हुए वांस दे रुख विच भी अपने वर्गी महक पैदा कर सके। वो वांस विच सुगंधी नहीं पैदा कर सकदा। जेड़े बावन चंद्र गुरु दी श्रेणी विच ने, वो अपने चेलियां दे ओ आचार्य कुछ ना कुछ तां जीवन चेंज कर सकते ने, पर इन्ना खजाना उन्हां कोल नहीं कि उन्हां कोल वांस बिरती वाला आए ते ओ वांस बिरती वाले विच भी नाम दी महक पैदा कर सकन। सतगुरु ने क्या तीसरा है पारस गुरु। पारस एक धात ही इन्हां सी सुनने आ बाणी विच भाई गुरदास ने भी कहा, कहन लगे पारस तांबे नूं लोहे नूं 8 धातां ने जिहदे नाल स्पर्श करे उन्हां नूं सोना बना दिंदी है, पर याद रखना पारस विच इन्नी ताकत नहीं वो मनूर नूं सोना बना सके। सड़े लोहे नूं पारस सोना कदी नहीं बना सकदा।
ਤੇ ਨਾਲੇ ਪਾਰਸ ਵਿੱਚ ਇੰਨੀ ਸਮਰੱਥਾ ਨਹੀਂ ਕਿ ਉਹ ਲੋਹੇ ਨੂੰ ਆਪਣੇ ਵਰਗਾ ਪਾਰਸ ਬਣਾ ਕੇ ਕਹੇ ਲੈ ਵੀ ਸਜਣਾ ਜਿਹੜੇ ਗੁਣ ਮੇਰੇ ਕੋਲ ਸਨ ਮੈਂ ਤੈਨੂੰ ਦੇ ਦਿੱਤੇ ਨੇ, ਤੂੰ ਮੇਰੀ ਤਰ੍ਹਾਂ ਹੋਰਨਾਂ ਦੇ ਜੀਵਨ ਨੂੰ ਤਬਦੀਲ ਕਰਕੇ ਉਹਨਾਂ ਨੂੰ ਆਪਣੇ ਵਰਗਾ ਬਣਾ ਸਕਣਾ। ਪਾਰਸ ਤਬਦੀਲੀ ਲਿਆਉਂਦਾ ਹੈ ਪਰ ਆਪਣੇ ਵਰਗਾ ਨਹੀਂ ਬਣਾ ਸਕਦਾ। ਇਹੋ ਜਿਹੇ ਜਿਹੜੇ ਆਚਾਰੀਆ ਨੇ ਜਾਂ ਗੁਰੂ ਬਣਦੇ ਨੇ ਉਹ ਚੇਲੇ ਨੂੰ ਕੁਝ ਕੁ ਤਾਂ ਪਲਟਦੇ ਨੇ ਪਰ ਇੰਨੀ ਸਮਰੱਥਾ ਨਹੀਂ ਕਿ ਚੇਲੇ ਨੂੰ ਆਪਣੀ ਪਦਵੀ ਦੇ ਕੇ ਆਪਣੀ ਜੋਤ ਟਿਕਾ ਕੇ ਆਪਣੇ ਚੇਲੇ ਵਿੱਚ ਆਪਣੇ ਜਿੰਨੀ ਸਮਰੱਥਾ ਪੈਦਾ ਕਰ ਸਕਣ, ਇੰਨਾ ਕੁਝ ਉਹਨਾਂ ਦੇ ਹਿੱਸੇ ਨਹੀਂ ਆਇਆ। ਸਾਹਿਬ ਨੇ ਕਿਹਾ ਚੌਥਾ ਦੀਪਕ ਗੁਰੂ। ਅਸੀਂ ਬਾਲਨੇ ਆ ਦੀਵਾ ਤੇ ਚੇਤੇ ਰੱਖਣਾ ਭਾਵੇਂ ਕਰੋੜਾਂ ਦੀ ਤਾਦਾਦ ਵਿੱਚ ਅਰਬਾਂ ਦੀ ਤਾਦਾਦ ਵਿੱਚ ਦੀਵੇ ਬੁੱਝੇ ਹੋਣ, ਉਸ ਦੀਵੇ ਅੰਦਰ ਇੰਨੀ ਕੁ ਤਾਕਤ ਹੈ ਆਪ ਵੀ ਦੀਵਾ ਬਾਦ ਦਸਤੂਰ ਬਲਦਾ ਹੈ ਤੇ ਜਿਹੜੇ ਬੁੱਝੇ ਉਹਦੇ ਨੇੜੇ ਆਉਂਦੇ ਨੇ ਉਹਨਾਂ ਨੂੰ ਵੀ ਬਾਲ ਦਿੰਦਾ ਹੈ। ਤੇ ਕੇਵਲ ਬਾਲਦਾ ਨਹੀਂ, ਇੱਥੋਂ ਤੱਕ ਕਿਰਪਾ ਕਰ ਦਿੰਦਾ ਹੈ ਕਿ ਜਿਵੇਂ ਮੈਂ ਤੁਹਾਡੇ ਅੰਦਰ ਕੋਈ ਜੀਵਨ ਦੀ ਜੋਤ ਬਾਲੀ ਏ ਇਸੇ ਤਰ੍ਹਾਂ ਤੁਸੀਂ ਜੁਦਿਆਂ ਦੇ ਜੀਵਨ ਵਿੱਚ ਵੀ ਜੋਤ ਦੀ ਜੋਤ ਬਾਲ ਸਕਦੇ ਹੋ, ਜੀਵਨ ਦੀ ਜੋਤ ਬਾਲ ਸਕਦੇ ਹੋ। ਦੀਪਕ ਗੁਰੂ ਆਪਣੇ ਵਰਗੀ ਸਮਰੱਥਾ ਆਪਣੇ ਚੇਲੇ ਵਿੱਚ ਪੈਦਾ ਕਰ ਸਕਦਾ ਹੈ। ਸ਼ਾਇਦ ਇਹੀ ਕਾਰਨ ਪਾਟਾਂ ਦੀ ਬਾਣੀ ਵਿੱਚ ਤੇ ਗੁਰੂ ਅਰਜਨ ਸਾਹਿਬ ਦੇ ਸਵਈਆਂ ਵਿੱਚ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਦੀਪਕ ਗੁਰੂ ਮੰਨਿਆ। ਹਜ਼ੂਰ ਦੀ ਬਾਣੀ ਵਿੱਚ ਬਚਨ ਆਉਂਦਾ ਜਦੋਂ ਅਸੀਂ ਪੜ੍ਹਨੇ ਆ ਪ੍ਰਭ ਦਾਤੋ ਦਾਤਾਰ ਪਰਿਓ ਜਾਚਕੀ ਕਿ ਸ਼ਰਨਾ ਮਿਲੈ ਦਾਨ ਸੰਤ ਰੇਨ ਜਿਹ ਲਗ ਭਵਜਲ ਤਰਨਾ। ਇਹ ਗੁਰੂ ਅਰਜਨ ਸਾਹਿਬ ਦਾ ਸਵਈਆ ਹੈ। हे ਮੇਰੇ ਵਾਹਿਗੁਰੂ ਤੂੰ ਦਾਤਾ ਹੈ, ਮੈਂ ਤੇਰੇ ਦਰ ਤੇ ਇੱਕ ਭਿਖਾਰੀ ਆਇਆ, ਮੰਗਤਾ ਆਇਆ। ਪ੍ਰਭ ਦਾਤੋ ਦਾਤਾਰ ਪਰਿਓ ਜਾਚਕੀ ਕਿ ਸ਼ਰਨਾ ਤੇ ਕੀ ਮੰਗਣ ਆਇਆ? ਮਿਲੈ ਦਾਨ ਸੰਤ ਰੇਨ, ਤੇਰੇ ਗੁਰਮੁਖਾਂ ਦੇ ਚਰਨਾਂ ਦੀ ਧੂੜ ਮਿਲ ਜਾਏ। ਜੇ ਲਗ ਭਵਜਲ ਕਰਨਾ, ਕਹਿਣ ਲੱਗੇ ਬਿੰਤ ਕਰੂੰ ਅਰਦਾਸ ਸੁਨੋ ਜੇ ਠਾਕੁਰ ਭਾਵੈ। ਦਿਓ ਦਰਸ਼ ਮਨ ਚਾਓ ਭਗਤ ਇਹ ਮਨ ਠਹਿਰਾਵੇ। ਮੇਰੇ ਹਿਰਦੇ ਵਿੱਚ ਤੇਰੀ ਭਗਤੀ ਵਸ ਜਾਏ। ਕਿੱਥੋਂ ਮਿਲੇਗੀ ਇਹ ਦਾਤ? ਤੇ ਹਜ਼ੂਰ ਨੇ ਕਿਹਾ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪਗ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਧੰਨ ਗੁਰੂ ਨਾਨਕ ਸਾਹਿਬ ਨੂੰ ਬਲਿਓ ਚਿਰਾਗ ਜਿਹੜੀ ਜੋਤ ਮੇਰੇ ਗੁਰੂ ਨਾਨਕ ਦੇ ਅੰਦਰ ਏ। ਤੇ ਜੇ ਲੈਣਾ ਜੀ ਆਏ ਨੇ ਤੇ ਯਾਦ ਰੱਖਣਾ ਇਹ ਨਹੀਂ ਕਿ ਉਹ ਜੋਤ ਲੈਣੇ ਨੂੰ ਘੱਟ ਮਿਲੇਗੀ, ਉਹੀ ਜੋਤ ਭਾਈ ਲੈਣੇ ਦੇ ਅੰਦਰ ਏ। ਤੇ ਸੱਤੇ ਬਲਵੰਡ ਨੇ ਤਾਂ ਹੀ ਕਿਹਾ ਦੁਨੀਆ ਦੇ ਲੋਗੋ ਕਿਤੇ ਭੁਲੇਖੇ ਵਿੱਚ ਨਾ ਰਿਹਾ ਜੇ, ਜੋਤ ਉਹ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ। ਤਾਂ ਹੀ ਭੱਟਾਂ ਨੇ ਕਿਹਾ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਪ੍ਰੇਮ ਭਗਤ ਲਿਵ ਲਾਈ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਸ਼ਰਵ ਸ਼ਬਦ ਸੁਰਤ ਕੀਨੀ ਵਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕਿਛ ਕਹੀ ਨਾ ਜਾਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਿਡਾਈ। ਇਹਦਾ ਮਤਲਬ ਉਹ ਜੋਤ ਦੀਪਕ ਗੁਰੂ ਹੈ ਮੇਰਾ ਗੁਰੂ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ, ਕਹਿਣ ਲੱਗੇ ਗੁਰ ਦਾਤਾ। ਗੁਰੂ ਕਦੀ ਮੰਗਤਾ ਨਹੀਂ ਜੇ ਹੁੰਦਾ, ਧਿਆਨ ਰੱਖਣਾ। ਤੇ ਅਸੀਂ ਸ਼ਬਦ ਕਈ ਵਾਰੀ ਕਹਿ ਦਿੰਦੇ ਆ, ਮੈਂ ਅਰਜ਼ ਕਰਨਾ ਹੁੰਦਾ ਕਿ ਗੁਰੂ ਘਰ ਨੂੰ ਦਾਨ ਦਿਓ, ਇਹ ਸ਼ਬਦ ਨਹੀਂ ਕਹਿਣਾ ਚਾਹੀਦਾ। ਦਾਨ ਹਮੇਸ਼ਾ ਆਪਣੇ ਤੋਂ ਆਪਾਂ ਜਿਹੜਾ ਹਾਲਤ ਪਤਲੀ ਵਾਲਾ ਉਹਨੂੰ ਦਿੰਦੇ ਆ। ਹੱਦ ਹੋ ਗਈ ਜਿਹੜਾ ਦੀਨ ਦੁਨੀ ਦਾ ਦਾਤਾ ਹੈ ਉਹਨੂੰ ਕੌਣ ਹੈ ਦਾਨ ਦੇਣ ਵਾਲਾ? ਸਾਡੀ ਗੁਰਮਤਿ ਦੀ ਸ਼ਬਦਾਵਲੀ ਏ ਜੋ ਗੁਰੂ ਨੇ ਬਖਸ਼ਿਆ ਉਹਦੀ ਬਖਸ਼ਿਸ਼ ਵਿੱਚੋਂ ਕੁਝ ਗੁਰੂ ਦੇ ਚਰਨਾਂ ਵਿੱਚ ਭੇਟਾ ਕਰ ਦਿਓ, ਦਾਨ ਨਹੀਂ। ਸਾਹਿਬ ਕਹਿਣ ਲੱਗੇ ਗੁਰ ਦਾਤਾ। ਗੁਰੂ ਇੱਕ ਦਾਤਾ ਹੈ, ਇਹਦੇ ਦਰ ਤੇ ਭਿਖਾਰੀ ਆਉਂਦੇ ਨੇ। ਗੁਰ ਹਿਵੈ ਘਰ, ਮੇਰਾ ਗੁਰੂ ਠੰਡ ਦਾ ਘਰ ਏ। ਤੇ ਇੰਨਾ ਠੰਡ ਦਾ ਘਰ ਏ ਜੇ ਕੋਈ ਭਾਂਬੜ ਬਾਲ ਕੇ ਵੀ ਇਹਨੂੰ ਉੱਤੇ ਬਿਠਾ ਦੇਵੇ ਤੇ ਅੰਦਰ ਦੀ ਠੰਡ ਉਹ ਅੱਗ ਵੀ ਨਹੀਂ ਦੇਖੋ ਸਕਦੀ। ਮੈਂ ਅਰਜ਼ ਕਰ ਰਿਹਾ ਗੁਰ ਪ੍ਰਸਾਦ ਤੇ ਹੋਣਾ। ਗੁਰੂ ਕੌਣ ਏ? ਗੁਰ ਦਾਤਾ ਗੁਰ ਹਿਵੈ ਘਰ। ਗੁਰ ਦੀਪਕ ਤਿਉ ਲੋਏ। ਗੁਰੂ ਇੱਕ ਦੀਪਕ ਏ ਤੇ ਉਸ ਦੀਵੇ ਦਾ ਚਾਨਣ ਇੱਕ ਦੋ ਘਰ ਵਿੱਚ ਨਹੀਂ। ਮੇਰੇ ਸਤਿਗੁਰੂ ਕਹਿੰਦੇ ਨੇ ਉਸ ਗੁਰੂ ਦਾ ਚਾਨਣ ਤਿੰਨਾਂ ਲੋਕਾਂ ਵਿੱਚ ਪੈਂਦਾ ਪਿਆ ਹੈ। ਅੰਮ੍ਰਿਤ ਪਦਾਰਥ ਨਾਨਕਾ ਮਨ ਮੰਨਿਆ ਸੁਖ ਹੋਏ। ਸੁਖ ਉਹਨੂੰ ਮਿਲੇਗਾ ਜਿਹੜਾ ਗੁਰੂ ਕੇ ਚਰਨਾਂ ਵਿੱਚ ਜੁੜਦਾ ਹੈ। ਆਪਾਂ ਭਾਈ ਗੁਰਦਾਸ ਗੁਰਮਤਿ ਦੇ ਮਹਾਨ ਵਿਦਵਾਨ ਨੇ, ਉਹਨਾਂ ਤੋਂ ਪੁੱਛੀਏ ਨਾ ਗੁਰੂ ਦੀ ਪਰਿਭਾਸ਼ਾ ਕੀ ਏ। ਤੇ ਮੈਂ ਜਿਹੜੀ ਅਰਜ਼ ਕਰ ਰਿਹਾ ਇੱਥੇ ਗੁਰੂ ਸ਼ਬਦ ਗੁਰੂ ਨਾਨਕ ਜੀ ਲਈ, ਉਹਨਾਂ ਤੋਂ ਬਾਅਦ ਉਹ ਜਿਹੜੇ ਗੁਰੂ ਸਾਹਿਬਾਨ 10 ਪਾਤਸ਼ਾਹੀਆਂ ਤੱਕ, ਤੇ ਉਸ ਤੋਂ ਬਾਅਦ ਜਿਹੜਾ ਮੈਂ ਗੁਰੂ ਸ਼ਬਦ ਬੋਲਾਂ
ਤੇ ਧਿਆਨ ਇੰਨਾ ਕੁ ਰੱਖਿਓ, ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਜਿਨ੍ਹਾਂ ਦੇ ਰੋਮ ਰੋਮ ਵਿੱਚ ਗੁਰੂ ਕੀ ਬਾਣੀ ਰਚੀ, ਉਹ 5 ਸਿੰਘ ਸਾਹਿਬਾਨ। ਅਸੀਂ ਕਈ ਵਾਰੀ ਗੁਰੂ ਦੀ ਪਰਿਭਾਸ਼ਾ ਹੋਰ ਪਾਸੇ ਲੈ ਜਾਂਦੇ ਹਾਂ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਭਾਈ ਗੁਰਦਾਸ ਵਿੱਚੋਂ ਤੇ ਭਾਈ ਨੰਦ ਲਾਲ ਵਿੱਚੋਂ ਆਪਾਂ ਕੋਸ਼ਿਸ਼ ਕਰਨੀ ਹੈ ਇਹ ਹੀ ਲੱਭਣ ਦੀ ਕਿ ਮੇਰਾ ਗੁਰੂ ਕੌਣ ਹੈ ਤੇ ਮੈਂ ਕਿਰਪਾ ਕਿਹਦੀ ਲੈਣੀ ਹੈ। ਸਤਿਗੁਰੂ ਨੇ ਬੜੇ ਪਿਆਰੇ ਬਚਨ ਕੀਤੇ। ਭਾਈ ਗੁਰਦਾਸ ਨੂੰ ਪੁੱਛਿਆ ਕਿ ਗੁਰੂ ਦੀ ਪਰਿਭਾਸ਼ਾ ਕੀ ਹੈ, ਤੇ ਭਾਈ ਗੁਰਦਾਸ ਨੇ ਪਹਿਲਾ ਬਚਨ ਕੀਤਾ, ਕਹਿਣ ਲੱਗੇ, ਸਜਣਾ ਮੈਂ ਗੁਰੂ ਅਮਰਦਾਸ ਦੇ ਵੇਲੇ ਸਿੱਖ ਬਣਿਆ ਹੂੰ, ਮੈਂ ਗੁਰੂ ਰਾਮਦਾਸ ਜੀ ਦੇ ਵੇਲੇ ਸਿੱਖੀ ਕਮਾਈ ਏ, ਤੇ ਗੁਰੂ ਅਰਜਨ ਸਾਹਿਬ ਦੇ ਵੇਲੇ ਵੀ ਮੈਂ ਸਿੱਖੀ ਕਮਾਈ ਏ। ਅੱਜ ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਆ ਗਿਆ ਹੈ, ਹੁਣ ਵੀ ਮੈਂ ਸਿੱਖੀ ਕਮਾਨਾ ਪਿਆ। ਤੇ ਪੁੱਛਿਆ, ਭਾਈ ਸਾਹਿਬ ਤੇਰਾ ਤਾਂ ਤਜਰਬਾ ਬੜਾ ਹੈ ਨਾ, ਗੁਰੂ ਨਾਨਕ ਦੇ ਘਰ ਵਿੱਚ ਰਹਿਣ ਵਾਲਿਆ, 3-4 ਪਾਤਸ਼ਾਹੀਆਂ ਦੀ ਕਿਰਪਾ ਪਿਆ ਲੈਣਾ, ਤੇ ਦੱਸ ਖਾਂ ਗੁਰੂ ਦੀ ਪਰਿਭਾਸ਼ਾ ਕੀ ਹੈ। ਤੇ ਭਾਈ ਸਾਹਿਬ ਨੇ ਗੁਰੂ ਕੀ ਉਪਮਾ ਸ਼ੁਰੂ ਕੀਤੀ, ਕਹਿਣ ਲੱਗੇ, ਸਤਿਗੁਰ ਗੁਣੀ ਨਿਧਾਨ ਹੈ। ਮੇਰੇ ਗੁਰੂ ਦਾ ਪਹਿਲਾ ਲੱਛਣ ਹੀ ਇਹ ਗੁਰੂ ਨਾਨਕ ਦਾ, ਉਹ ਗੁਣਾਂ ਦਾ ਖਜ਼ਾਨਾ ਹੀ। ਤੇ ਉਹਦੇ ਨਾਲ ਇੱਕ ਹੋਰ ਵੱਡਾ ਵੱਡਾ ਗੁਣ ਕਿਹਾ, ਕਹਿਣ ਲੱਗੇ, ਦੁਨੀਆ ਦੇ ਕਿਸੇ ਦੁਕਾਨਦਾਰ ਦੀ ਦੁਕਾਨ ਤੇ ਜਾਓ ਤੇ ਖੋਟਾ ਸਿੱਕਾ ਲੈ ਜਾਓ, ਨਕਲੀ ਰੁਪਈਆ ਕੋਈ ਲੈ ਜਾਓ, ਤੇ ਉਹਦੇ ਕਾਊਂਟਰ ਤੇ ਰੱਖ ਕੇ ਕਹੀਏ, ਲੈ ਸਜਣਾ ਆ ਖੋਟਾ ਸਿੱਕਾ ਲੈ, ਮੈਨੂੰ ਇਹਦੇ ਬਦਲੇ ਇਹ ਵਸਤੂ ਦੇ ਦੇ। ਕਦੀ ਦੁਕਾਨਾਂ ਤੇ ਖੋਟੇ ਰੁਪਈਏ ਚੱਲਦੇ ਦੇਖੇ ਨੇ? ਕਦੀ ਖੋਟੇ ਸਿੱਕੇ ਜਾਂਦੇ ਉੱਥੇ ਲੱਗਦੇ ਹੋਏ ਧੱਕੇ ਨੇ? ਉਸੇ ਵਕਤ ਦੁਕਾਨਦਾਰ ਧੱਕੇ ਮਾਰ ਕੇ ਬਾਹਰ ਕੱਢੇਗਾ ਕਿ ਤੂੰ ਮੈਨੂੰ ਮੂਰਖ ਬਣਾਨੇ, ਮੇਰੀ ਦੁਕਾਨ ਵਿੱਚ ਕੇਵਲ ਖਰਿਆਂ ਨੂੰ ਥਾਂ ਹੈ, ਖੋਟਿਆਂ ਨੂੰ ਨਹੀਂ। ਪੁੱਛਿਆ, ਭਾਈ ਗੁਰਦਾਸ ਤੁਸੀਂ ਕਹਿੰਦੇ ਹੋ ਮੇਰਾ ਗੁਰੂ ਗੁਣਾਂ ਦਾ ਖਜ਼ਾਨਾ ਹੈ, ਕਿਹੜਾ ਗੁਣ ਹੈ ਵੱਡਾ? ਉਹਨੇ ਪਹਿਲੀ ਗੱਲ ਕਹੀ, ਕਹਿਣ ਲੱਗਾ, ਸਜਣਾ ਦੁਨੀਆ ਦੀਆਂ ਦੁਕਾਨਾਂ ਵਿੱਚ ਖੋਟੇ ਠੁਕਰਾਏ ਜਾਂਦੇ ਨੇ, ਨਿਕੰਮਿਆਂ ਨੂੰ ਘਰੋਂ ਕੱਢਿਆ ਜਾਂਦਾ ਹੈ, ਸਮਾਜ ਵਿੱਚੋਂ ਧੱਕਿਆ ਜਾਂਦਾ ਹੈ, ਬਰਾਬਰੀ ਵਿੱਚੋਂ ਕੱਢਿਆ ਜਾਂਦਾ ਹੈ। ਮੇਰੇ ਗੁਰੂ ਨਾਨਕ ਦੀ ਇਹੋ ਜੀ ਦੁਕਾਨ ਹੀ, ਇੱਥੇ ਖੋਟੇ ਵੀ ਪ੍ਰਵਾਨ ਕੀਤੇ ਜਾਂਦੇ ਨੇ, ਤੇ ਗੁਰੂ ਖੋਟਿਆਂ ਨੂੰ ਖਰੇ ਬਣਾ ਬਣਾ ਕੇ ਦੁਨੀਆ ਵਿੱਚ ਪੇਸ਼ ਕਰਦਾ। ਸਭ ਤੋਂ ਵੱਡਾ ਗੁਣ ਇਹ ਕਿ ਲੋਕੀ ਔਗਣ ਲੈ ਕੇ ਆਉਂਦੇ ਨੇ, ਤੇ ਸਤਿਗੁਰੂ ਉਹਨਾਂ ਦੇ ਔਗਣ ਰੱਖ ਕੇ ਉਹਦੇ ਬਦਲੇ ਗੁਣ ਦੇ ਦਿੰਦਾ। ਗੁਰੂ ਦੀ ਪਰਿਭਾਸ਼ਾ ਹੈ, ਸਤਿਗੁਰੂ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ। ਮੇਰਾ ਗੁਰੂ ਗੁਣਾਂ ਦੀ ਕਿਰਪਾ ਕਰ ਕਰਕੇ ਔਗਣਾ ਵਾਲਿਆਂ ਨੂੰ ਬਖਸ਼ ਦਿੰਦਾ ਹੈ। ਤੇ ਭਾਈ ਸਾਹਿਬ ਦੀ ਇੱਕ ਵਾਰ ਵਿੱਚ ਹੋਰ ਪੰਕਤੀ ਆਉਂਦੀ ਏ, ਸੌਦਾ ਇੱਕ ਹੱਟ ਹੈ, ਕਹਿੰਦੇ ਨੇ ਸਿੱਖਾਂ ਇਸੇ ਹੱਥੀ ਤੋਂ ਸੌਦਾ ਮਿਲਣੀ, ਇਸੇ ਸੰਗਤ ਵਿੱਚੋਂ ਹੀ ਕਿਰਪਾ ਹੋਣੀ ਆ, ਇਹਨੂੰ ਛੱਡ ਕੇ ਕਿਤੇ ਭਟਕੀ ਨਾ, ਮੇਰੀ ਗੱਲ ਸੱਚ ਮੰਨ ਲੈ। ਸੌਦਾ ਇੱਕ ਹੱਟ ਹੈ, ਸ਼ਾਹ ਸਤਿਗੁਰ ਪੂਰਾ ਅਵਗਣ ਲੈ ਗੁਣ ਵਿਕਣੇ, ਉਹ ਔਗਣਾ ਦੇ ਬਦਲੇ ਗੁਣ ਵੇਚਦਾ ਪਈ। ਬਚਨਾ ਦਾ ਸੂਰਾ, ਉਹ ਬਚਨ ਦਾ ਸੂਰਾ ਹੀ, ਜੇ ਤੇਰੀ ਬਾਹ ਪਕੜ ਲਈ ਤੇ ਪਿਆਰਿਆ ਫਿਰ ਤੈਨੂੰ ਕਦੀ ਡੁੱਬਣ ਨਹੀਂ ਜਾਏਗਾ। ਬਚਨ ਦਾ ਸੂਰਾ ਹੈ। ਮੈਂ ਕਈ ਵਾਰੀ ਅਰਜ਼ ਕਰਨਾ, ਅਸੀਂ ਭੁੱਲ ਜਾਂਦੇ ਹਾਂ, ਪਰ ਮੇਰੇ ਸਤਿਗੁਰੂ ਤੂੰ ਕਦੀ ਨਹੀਂ ਭੁੱਲਦਾ। ਭਾਈ ਮੂਲਾ ਪਹਿਲੇ ਜਨਮ ਵਿੱਚ ਮਿਲਦਾ, ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ, ਭਾਈ ਮੂਲਾ ਹੀ ਦਰਵਾਜ਼ਾ ਬੰਦ ਕਰਦਾ ਹੈ ਨਾ, ਗੁਰੂ ਨਾਨਕ ਤਾਂ ਉਹਦੇ ਸਮੇਂ ਨੂੰ ਟਾਲਣ ਜਾਂਦੇ ਨੇ, ਕਿਉਂਕਿ ਉਹਦੇ ਮੌਤ ਦਾ ਸਮਾਂ ਆਉਂਦਾ ਹੈ। ਮੇਰਾ ਬਾਬਾ ਸੋਚਦਾ ਮੈਂ ਇਹਦੇ ਦਰਵਾਜ਼ੇ ਤੇ ਦਸਤਕ ਦਿਆਂ, ਸ਼ਾਇਦ ਵਕਤ ਟਲ ਜਾਏ। ਗੁਰੂ ਤਾਂ ਦਰਵਾਜ਼ੇ ਤੇ ਖਲੋਂਦਾ ਹੈ, ਤੇ ਜਿੱਦਣ ਦਰਵਾਜ਼ਾ ਬੰਦ ਕਰਦਾ ਅਸੀਂ ਲੋਕ ਹੀ ਦਰਵਾਜ਼ਾ ਬੰਦ ਕਰਨੇ ਆ। ਗੁਰੂ ਨੇ ਕਦੀ ਵੀ ਆਪਣੇ ਪੈਰ ਪਿੱਛੇ ਨਹੀਂ ਜੇ ਕੀਤੇ, ਦਰਵਾਜ਼ੇ ਅੱਗੇ ਖਲੋਤੇ ਨੇ, ਆਵਾਜ਼ ਦਿੰਦੇ ਨੇ ਮੂਲਾ ਧਾਰੇ। ਪਰ ਕੀ ਪਤਾ ਇਹਨਾਂ ਲੋਕਾਂ ਨੂੰ, ਦੁਨੀਆ ਵੀ ਜੀਣ ਵਾਲਿਆਂ ਨੂੰ, ਕਿ ਗੁਰੂ ਦੀ ਇੱਕ ਆਵਾਜ਼ ਹੈ, ਪਰ ਕਿਆ ਨਹੀਂ ਘਰ ਨਹੀਂ। ਪਰ ਜਦੋਂ ਮੌਤ ਹੋ ਗਈ ਤੇ ਉਹੀ ਗੁਰੂ ਨਾਨਕ ਦੀ ਜੋਤ ਜਦੋਂ ਅਬਚਲ ਨਗਰ ਜਾਂਦੀ ਏ ਤੇ ਦੇਖਦੀ ਏ ਖਰਗੋਸ਼ ਤੁਰਿਆ ਫਿਰਦਾ। ਇਹ ਗੱਲਾਂ ਸਿਰਫ ਸ਼ਰਧਾ ਵਾਲੇ ਨੇਤਰਾਂ ਦੀਆਂ ਨੇ, ਸ਼ਰਧਾ ਵਾਲੇ ਹਿਰਦਾ ਦੀਆਂ, ਤਰਕ ਦੀਆਂ ਨਹੀਂ। ਕਹਿਣ ਲੱਗੇ ਤੱਕਦੇ ਨੇ ਖਰਗੋਸ਼ ਨੂੰ, ਪਿੱਛੇ ਦੌੜਦੇ ਨੇ। ਸਤਿਗੁਰੂ ਦਾ ਉਦਨ ਜਾਮਾ ਵੀ ਲੀਰੋ ਲੀਰ ਹੋ ਜਾਂਦਾ ਹੈ। ਤੇ ਭਾਈ ਦਇਆ ਸਿੰਘ ਪੁੱਛਦਾ, ਸਤਿਗੁਰੂ ਕੀ ਕਰਨਾ ਇਸ ਖਰਗੋਸ਼ ਨੂੰ? ਕਹਿਣ ਲੱਗੇ, ਸਜਣਾ ਕਦੀ ਬਚਨ ਦਿੱਤਾ ਸੀ ਮੂਲਿਆ, ਤੂੰ ਸਾਡਾ, ਇਸ ਕਰਕੇ ਮੈਂ ਨਹੀਂ ਚਾਹੁੰਦਾ ਜਿਹਦੀ ਮੈਂ ਇੱਕ ਵਾਰੀ ਬਾਹ ਪਕੜੀ ਉਹ ਪਰਤ ਕੇ ਪਟਕਦਾ ਰਹੇ। ਭਾਈ ਗੁਰਦਾਸ ਕਹਿੰਦੇ ਨੇ ਮੇਰਾ ਗੁਰੂ ਬਚਨ ਦਾ ਸੂਰਾ ਹੀ। ਕਹਿਣ ਲੱਗੇ ਅਵਗਣ ਲੈ ਗੁਣ ਵਿਕਣਾ, ਬਚਨੇ ਦਾ ਸੂਰਾ। ਮੈਂ ਅਰਜ਼ ਕਰ ਰਿਹਾ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣ ਹਾਰੇ। ਤੇ ਅਗਲਾ ਮੇਰੇ ਗੁਰੂ ਦਾ ਗੁਣ ਕੀ ਹੈ? ਸਤਿਗੁਰ ਪੂਰਾ ਵੈਦ ਹੈ। ਸਤਿਗੁਰੂ ਇੱਕ ਹਕੀਮ ਨੇ,
ते की करदे ने पंजे रोग असाध निवारे, जेड़े काम क्रोध लोभ मोह अहंकार किते भी काबू नहीं आउंदे। जिदन गुरु नानक दे शब्द नाल जुड़े उन्हां ने मोड़ा पा के इन्हां नूं भी रोक दिता। ते जदों गुरु नानक जी दे शब्द ने कीती किरपा ते फिर जगियासु गुरु दे चरनां विच हथ जोड़ के कहन लगा, ऐसो गुण मेरो प्रभ जी कीन, पंच दोख और अंग रोग ए तंते सगल दूर कीन। सतगुरु पूरा वैद है, पंजे रोग असाध निवारे। अगला बचन कीता, सुख सागर गुरदेव है, मेरा गुरु सुखां दा समुंदर है। कहन लगे, सुख दे मेल लै दुखियारे, जेड़े दिन रात दुख विच जिंदे पए ने, मेरा गुरु उन्हां दे दुख अपने उत्ते चल लैंदा है ते अपने सुख उन्हां दी झोली विच पा दिंदा है। कदी तको रोंदे पए ने, अखां विचों नीर दी झड़ी लगदी है। मैं इस करके थोड़ा जिहा अजे इतिहास दीयां ट्यूकां देणीਆਂ चाहना, मेरे गुरु नूं समझो ते सही, सिख क्यों भटके किसे होर पासे। गुरु दुखां नूं लै के सुख दिंदा है, अथरू नहीं रुकदे पए, तिलक ते जंजू कंबदा पिया है ते सुखां दा दाता गुरु कहंदा, सजणो तुसी अपने बच्चियां विच जाओ, पर अपने बच्चे नूं कहंदा, चंगा पुत्रा मैं तिलक ते जंजू दी राखी वास्ते दिल्ली नूं जाना पिया। कोई मिलेगा गुरु इहो जिहा? सुख सागर गुरदेव है, जेड़े अज दावे करदे ने देहधारी गुरु बन के कि बाबे नानक दी गल तां पहली सी। मैं एक खिन विचों निकलण लगा वां ते गल करनी जरूरी भासदी, क्योंकि अज दा विशा बड़ा साडा गंभीर है। कई समस्यावां लोकां ने खड़ियां कीतियां ने, कहंदे ने उस वक्त सी गुरु नानक हुण तां देह दी लोड़ है। मैं कहना मन लिया जाए एक खिन लई, पर अंदरों नहीं मनना। मन लिया जाए समर्थ गुरु ने। कहन लगे उस वक्त गुरु नानक सी, अज देहधारी दी लोड़ है। याद रखना, बाबर पाप दी जंज उदन भी लैके आया सी ते अज भी बाबर जंज पाप दी लैके आया है। ते कोई गुरु छाती ते हथ ठोक के कहंदा, बाबर तू जाबर है। कमाल दी गल। जे मन लिया जाए ये देहधारी गुरु कहन अज गुरु दी लोड़ है। कोई गुरु दावे नाल कहंदा, मानस खाने करै निवाज छुरी वगायन, तिन कलताग तिन घर ब्राह्मण पूरा नाद ओना पियावै ओही साध। कोई गुरु दावे नाल कहंदा, कूड़ फिरे प्रधान वे ला लो। ते कि आपां हिंदुस्तान दी धरती ते कूड़ प्रधान नहीं तकदे? केवल रीस कर लेनी, किसे दी खातर सिर नहीं किसे ने कटाया। देहधारी जेड़े बने ने, किसे दी खातर सजनो तत्ती तवी ते कोई अपने इष्ट लई नहीं बैठा, रीस जरूर करदे ने। भाई गुरदास ने कमाल कर दिती। भाई साहब नूं पढ़ो, जे गुरु भगती सिखणी है ते भाई गुरदास नूं पढ़िया जे। उन्हां ने एक देहधारी दी गल कीती, मैं एक खिन विचों निकलण लगा, जरूर मैनूं खिमा करिया जे। कहण लगे, नलारी दा मट भरिया पिया सी नीले रंग नाल। इन्नी देर नूं गिद्दड़ किते आ गया, लोकां दी आवाज सुनी, डरदा मारिया उन्हें विच मट ते डिग पिया जी। ते जदों डिग्या ते रंग चढ़ गया उहदे शरीर ते पानी भी जाके झाती मारी ते उहदे चमड़ी दा रंग नीला हो गया। ते मन विच भुलेखा बन गया, मैं तां नीलम शेर बन गया हां। जंगल विच जा पहुंचिया, कहण लगा, मैं नीलम शेर हां, अज तो बाद मेरी अधीनगी कबूल करो। ते भाई साहब कहंदे ने, जेड़े मिर्ग सन, हुण मिर्ग डरपोक है ना, सतगुरु ने मिर्ग दी उदाहरण बाणी विच हमेशा कायरां दे रूप विच लई है। मिर्ग वर्गा धोखेबाज केड़ा है? सतगुरु ने बाणी विच श्याम तौर ते कहने आ कि फलाने बंदे दे अखां मिर्ग वर्गियां ने ते जिन्नियां मिर्ग दियां अखां धोखेबाज ने नियां किसे दियां ने। हजूर ने बाणी विच कहा, सुन मुंदे हरनाखीए, ये हरन दियां अखां वाली जीव इस्त्री, गूढ़ा वैन अपार, पहला वक्त सियाण कै तां कीचै वपार। अखां दा मान ना करी, क्योंकि हरन दियां अखां तां तपदी होई रेत नूं ही पानी समझ जांदियां। ओदे वर्गा धोखेबाज कौन है? कहन लगे, हरना दियां डारां खलो गईयां, तू नीलम शेर है। किसे ने जाके शेरनी नूं दसिया कि नीलम शेर प्रगट होया है। ते भाई गुरदास कहंदे ने, 4 के दिन ते चलाइयां चमदियां बई मैं बादशाह वां। ते एक दिन फिर इहदे भरा गिद्दड़ होर बोले। जदों उन्हां ने कूक मारी ते अगों इहने भी जवाब दिता ते कोल बैठी सी शेरनी, उहने पंजे नाल चीर के एक पासे सट्टिया। कहन लगी, ये रंग करके नीलम बनिया, असल विच है ये गिद्दड़। भाई साहब कहंदे ने, बाबे नानक दी बराबरी करन वालिओ, नलारी दे मट विच पै गिद्दड़ रिता, जंगल अंदर जाए के पाप कमता, दर सेवा मिरगावली होए बह अवता। कह लगे, बोलन पाज उगाड़िया ज्यों मूली बत्ता। जदों बोलिया उदों पाज उगड़ गया।
भाई साहब कहते ने सुख सागर गुरदेव है, सुख दे मैल लै दुखियारे। ते अगा बचन कीता कहन लगे सतगुर पूरा निरभौ है, जन्म मरण जम डरै उतारै। गुरु निरभौ वे जेड़ा जन्म ते मरण दा दुख मिटा दिंदा है। सतगुर पूरा निर्वैर है ते किन्ना निर्वैर है, निंदक दोखी बेमुखतार है। भाई साहब कहते ने सतगुर आगू जानिए, वड्डे अजान मुगन मुगध निस्तारे। सतगुर पुरख सुजान है, बाह पकड़ अंधले उधारे। अखीर विच कहन लगे मान निमाणे सद बलिहारे। मेरे गुरु नानक साहब मैं तेरे तो कुर्बान जाना, क्योंकि तेरे तो बिना इहो जिहे गुण होर किसे विच मैनू नजर नहीं आउंदे पे। मैं अर्ज कर रहा हजूर कहंदे ने गुरु ग्रंथ साहिब दे सुखमनी साहिब जी दी बाणी अंदर सतगुरु दी परिभाषा दिती है। पढ़दे असीं सारे हां, सतपुरख जिन जानिया सतगुर तिसका नाम तिसका संग सिख उतरै, नानक हर गुण गाओ। ते चेते रखना इस अष्टपदी दा पहला अंक पहले पदे ते दूजे पदे नूं ध्यान नाल पढ़ना। पहले पदे भी दस्या गुरु दा करतव की है, ते दूसरे पदे भी दस्या जे गुरु दा इहो जिहा करतव है ते सिख दा करतव की है। सिख नूं की चाहीदा है? हजूर नूं पुछया महाराज सतगुरु दे की लक्षण ने? हजूर ने कहा सजना पहली गल यही कि सतगुर सिख की करे प्रतिपाल। सतगुरु अपने सिख की प्रतिपालना की जिम्मेदारी चुकदा है, वो कदी ओनू घाट नहीं पैण दिंदा जिहड़ा यकीन नाल बह जाए। सतगुर सिख की करे प्रतिपाल, सेवक कहो गुर सदा दयाल। सिख की गुर दुरमत मल हिरै, सतगुरु अपने सिख की भैड़ी माता नाश करते ने। गुर बचनी हर नाम उचरै, फिर गुरु का सिख बचन सुन सुन के नाम जपदा है। साहब कहते ने सतगुरु सिख के बंधन काटै, गुर का सिख बेकार ते हटै। जिदन एडा भांडा साफ हो गया ना, उदन सतगुरु सिख को नाम धन दे, गुर का सिख बड़भागी है। ते अगला वचन उन्होंने कहा, कहन लगे सजना ये तां इस लोक दी गल है ना, ध्यान रखी अगला काम जेड़ा मेरा सतगुरु कर दई। सतगुरु सिख का हलत पलक सवारै। हलत दा अर्थ है लोक, पलक दा अर्थ है परलोक। वो सवार दिंदा है। ते साहब कहंदे ने शरीर नाल तां सारे तुरदे ने। अज अरोगता होवे, पैसा कोल होवे ते बगैर गुलाम तो भी लोग पिछे तुरनगे, रिश्तेदार भी बड़े बनगे, मित्र दोस्त भैन भरा मां बाप भी बन जाणगे। ते जदों प्यारे धन चला जाए, शोहरत चली जाए, वडियाई चली जाए, कोई नेड़े नहीं टुकदा। ते सतगुरु कहंदे ने इत्थों तक कि जदों मौत होवे उदों शरीर भी साथ छड़ दिंदा है। पर मेरा गुरु नानक ऐसा ही जिहड़ा शरीर नाल नहीं, शरीर नाल तां चार भरा भी मोढा दे के तुरदे ने, पर गुरु ऐसा जिहड़ा मनुख दी जिंद दे नाल जांदा है। क्योंकि सतगुरु दे लक्षण ने। सतगुरु सिख का हलत पलक सवारै, नानक सतगुरु सिख को जी नाल संभारै। जिंद नाल कोई संभालदा है, ये ते गुरु दे करतव ने ना। पर कमाल कर दिती मेरे गुरु अर्जन साहब, पहला तां दस्या तेरे गुरु विच ये गुण नहीं। हुण महाराज जिस दा गुरु इन्ना महान होवे, जिहड़ा कहे मैं तेरी जिंद नाल तुरांगा, ते उस सिख नूं की करना चाहिए? गुरु अर्जन साहब ने नाल ही अगला पदा कह दिता। पहला पदा गुरु की उस्तत विच, गुरु की महिमा, गुरु दे करतव, ते अगले पदे विच कह दिता, कह लगे गुर के ग्रह सेवक जो रहे। किन्हां दी जिंद नाल गुरु जांदा है? गुर की आज्ञा मन में सहे, आपस को कर कछ ना जनावे, हर हर नाम हृदय सब ध्यावे, मन बेचै सतगुरु कै पास। जेड़ा मन दे के कह गुरु नानक साहब तुसी जो कहंदे हो मैनू परवाह ने, पर कृपा करी मैनू अपना बना लो। मन बेचै सतगुरु कै पास, ते सेवक के कारज रास। ते सेवा करके दावे ना करे मैं सेवा कीती, सेवा करत होए ने कामी, तिसको होत प्राप्त स्वामी। साहब कहंदे ने ये फिर गुण सिख विच भी चाहिए ने। जे गुरु तेरी जिंद नाल तुरदा है ते तू सतगुरु नूं की भेंट करेगा? निष्कामता नाल सेवा करी, मन भेंट कर दई। मैं अर्ज कर रहा सतगुरु गुरु नानक साहब समर्थ गुरु ने, जिहदी किरपा नाल आपां एक ओंकार नूं पाणे। वैसे गुरु नानक साहब ने अपना गुरु एक अकाल पुरख नूं कहा, अपना गुरु शब्द नूं कहा। साडे गुरु ने धन गुरु नानक साहब। ते याद रखना गुरु नानक साहब की जोत ही अगे चलती रही है, उन्होंने अगे कृपा की है।
ਤੇ ਜਿਹੜੇ ਲੋਕ ਕਹਿੰਦੇ ਨੇ ਗੁਰੂ ਤੋਂ ਬਿਨਾ ਪ੍ਰਾਪਤੀ ਹੋ ਜਾਏਗੀ, ਆਸਾ ਦੀਵਾਰ ਦੀ ਜਦੋਂ ਬਾਣੀ ਅਸੀਂ ਪੜ੍ਹਨੇ ਆ, ਹਜ਼ੂਰ ਕਹਿੰਦੇ ਨੇ ਬਿਨ ਸਤਿਗੁਰ ਕਿਨਾ ਨਾ ਪਾਇਓ, ਬਿਨ ਸਤਿਗੁਰ ਕਿਨਾ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਸਤਿਗੁਰੂ ਵਿੱਚ ਆਪ ਮੇਰਾ ਵਾਹਿਗੁਰੂ ਬੈਠੇ ਹੀ ਕਰ ਪ੍ਰਗਟ ਆਪ ਸੁਣਾਇਆ। ਸਾਰੀ ਦੁਨੀਆ ਵਿੱਚ ਪ੍ਰਗਟ ਕਰਕੇ ਕਹਿ ਦਿੱਤਾ ਕਿ ਜੇ ਇੱਕ ਓੰਕਾਰ ਨੂੰ ਮਿਲਣੀ ਤੇ ਸਤਿਗੁਰੂ ਦੇ ਚਰਨਾਂ ਨਾਲ ਜੁੜਨਾ ਪਏਗਾ। ਹਜ਼ੂਰ ਨੇ ਦੂਜਾ ਬਚਨ ਕਿਹਾ, ਕਹਿਣ ਲੱਗੇ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਓ ਬਹੁਤੇ ਜਨਮ ਭਰਮਿਆ, ਕਈ ਜਨਮ ਭਟਕ ਕੇ ਆ ਗਿਆ ਤੇ ਸਾਹਿਬ ਕਹਿੰਦੇ ਨੇ ਫਿਰ ਗੁਰੂ ਨੇ ਕਿਰਪਾ ਕਰਕੇ ਆਪਣੇ ਸ਼ਬਦ ਦੀ ਦਾਤ ਦਿੱਤੀ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਕਹਿਣ ਲੱਗੇ ਸਤਿਗੁਰ ਜੇਵੜ ਦਾਤਾ ਕੋ ਨਹੀਂ ਗੁਰ ਪ੍ਰਸਾਦ, ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਾਰੀ ਧਰਤੀ ਦੇ ਲੋਕੋ ਸੁਣ ਲਵੋ, ਕਿਉਂਕਿ ਗੁਰੂ ਤੋਂ ਬਿਨਾ ਉਸ ਪਰਮੇਸ਼ਵਰ ਨਾਲ ਕੋਈ ਮਿਲਾ ਨਹੀਂ ਸਕਦਾ। ਸਤਿਗੁਰੂ ਨੇ ਕਿਰਪਾ ਕੀਤੀ। ਗੁਰੂ ਅੰਗਦ ਸਾਹਿਬ ਦੀ ਬਾਣੀ ਵਿੱਚ ਇੱਕ ਬਚਨ ਹੁੰਦਾ ਹੈ, ਹਜ਼ੂਰ ਨੇ ਨਾ ਸਾਡੇ ਤਨ ਨੂੰ ਇੱਕ ਕੋਠਾ ਕਿਹਾ। ਕਹਿਣ ਲੱਗੇ ਮਨ ਕੋਠਾ ਹੈ ਤੇ ਆਹ ਜਿਹੜੀ ਚਮੜੀ ਹੈ ਨਾ, ਇਹ ਮਨ ਕੋਠੇ ਦੇ ਉੱਤੇ ਛੱਤ ਪਈ ਹੈ। ਕਹਿਣ ਲੱਗੇ ਇਸ ਮਨ ਰੂਪੀ ਜਿਹੜਾ ਕੋਠਾ ਹੈ, ਇਹਨੂੰ ਇੱਕ ਦਰਵਾਜ਼ਾ ਹੈ ਤੇ ਉਸ ਦਰਵਾਜ਼ੇ ਨੂੰ ਤਾਲਾ ਲੱਗਾ ਮਾਇਆ ਦੀ ਪਾਹ ਦਾ। ਸਾਹਿਬ ਕਹਿਣ ਲੱਗੇ ਇਸ ਮਨ ਦੇ ਅੰਦਰ ਬੜੇ ਭੇਦ ਨਹੀਂ, ਯਾਦ ਰੱਖ ਤਨ ਛਾਤੇ, ਮਨ ਖੋਟਾ ਹੈ, ਮਾਇਆ ਦੀ ਕੁੰਡੀ ਕਈ ਜਨਮਾਂ ਦੀ ਵੱਜੀ ਏ। ਤੇ ਪੁੱਛਿਆ ਗੁਰੂ ਅੰਗਦ ਸਾਹਿਬ ਇੰਨਾ ਖਜ਼ਾਨਾ ਹੋਣ ਦੇ ਬਾਵਜੂਦ ਵੀ ਅਸੀਂ ਭੁੱਖੇ? ਤੇ ਸਾਹਿਬ ਕਹਿਣ ਲੱਗੇ ਘਰ ਭਾਵੇਂ ਜਿਤਨਾ ਮਰਜ਼ੀ ਸੋਹਣਾ ਹੋਵੇ ਤੇ ਰਾਤ ਪੈਂਦੀ ਹੋਵੇ ਠੰਡ ਤੇ ਘਰ ਨੂੰ ਲੱਗਾ ਹੋਵੇ ਤਾਲਾ ਤੇ ਤਾਲੇ ਦੀ ਚਾਬੀ ਕੋਲ ਨਾ ਹੋਵੇ, ਕੀ ਕਰਾਂਗੇ ਉਸ ਘਰ ਨੂੰ ਜਿਸ ਘਰ ਦੇ ਤਾਲੇ ਨੂੰ ਖੋਲਣ ਵਾਸਤੇ ਸਾਡੇ ਕੋਲ ਚਾਬੀ ਕੋਈ ਨਹੀਂ। ਕਹਿੰਦੇ ਨੇ ਖਜ਼ਾਨਾ ਤੇਰੇ ਅੰਦਰ ਏ, ਮਨ ਕੋਠਾ ਹੈ, ਤਨ ਛਾਤੇ, ਮਾਇਆ ਦੀ ਪਾਹ ਦਾ ਲੱਗਾ ਤਾਲਾ। ਤੇ ਗੁਰੂ ਅੰਗਦ ਸਾਹਿਬ ਚਾਬੀ ਕਿਹਦੇ ਕੋਲ ਏ? ਕਹਿਣ ਲੱਗੇ ਮੈਨੂੰ ਤਾਂ ਇਹਦੀ ਚਾਬੀ ਗੁਰੂ ਨਾਨਕ ਤੋਂ ਬਿਨਾ ਕਿਸੇ ਹੋਰ ਹੱਥ ਵਿੱਚ ਨਜ਼ਰ ਹੀ ਨਹੀਂ ਆਉਂਦੀ ਪਈ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਗੁਰ ਕੁੰਜੀ ਪਾਹੂ ਨਿਵਲ। ਸਤਿਗੁਰੂ ਇੱਕ ਕੁੰਜੀ ਦਾ ਕੰਮ ਕਰਦੇ ਨੇ, ਉਹਦੇ ਕੋਲ ਚਾਬੀ ਪਾਹੂ ਨਿਵਲ। ਤੇ ਚੇਤੇ ਰੱਖਿਓ ਗੁਰੂ ਜੀ ਕੋਲ ਨਾਮ ਦੀ ਚਾਬੀ ਏ। ਤੇ ਕਈ ਵਾਰੀ ਬੰਦੇ ਐਸੇ ਵੀ ਹੁੰਦੇ ਨੇ ਜਿਨ੍ਹਾਂ ਕੋਲ ਚਾਬੀ ਹੁੰਦੀ ਹੈ ਤੇ ਤਾਲੇ ਕਈ ਇਹੋ ਜਿਹੇ ਨੇ ਚਾਬੀ ਹੋਣ ਦੇ ਬਾਵਜੂਦ ਵੀ ਨਹੀਂ ਜੇ ਖੁੱਲਦੇ, ਕਿਉਂਕਿ ਚਾਬੀ ਨਾਲ ਜੁਗਤ ਵੀ ਚਾਹੀਦੀ ਹੈ। ਜੁਗਤ ਵੀ ਗੁਰੂ ਕੋਲ ਹੈ। ਸਾਹਿਬ ਕਹਿੰਦੇ ਨੇ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ ਗੁਰ ਪ੍ਰਸਾਦ। ਉਸ ਇੱਕ ਓੰਕਾਰ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੋਣੀ, ਸਤ ਗੁਰੂ ਦੀ ਬਖਸ਼ਿਸ਼ ਨਾਲ ਹੋਣੀ ਹੈ। ਤੇ ਗੁਰੂ ਕੀ ਕਿਰਪਾ ਜਿੰਨੀ ਦੇਰ ਤੱਕ ਤੂੰ ਲੈਂਦਾ ਨਹੀਂ, ਪਿਆਰਿਓ ਵੇਖੋ ਜਿਹੜੇ ਗੁਰੂ ਵਾਲੇ ਬਣ ਚੁੱਕੇ ਨੇ ਨਾ, ਉਹ ਵੀ ਇੱਕ ਗੱਲ ਪੱਕੀ ਤਰ੍ਹਾਂ ਦ੍ਰਿੜ ਕਰ ਲਓ ਕਿ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਅਸੀਂ ਪ੍ਰਵਾਨ ਨਹੀਂ ਹੋਣਾ। ਕਬੀਰ ਸਾਹਿਬ ਦੀ ਬਾਣੀ ਦਾ ਇੱਕ ਸ਼ਲੋਕ ਹੁੰਦਾ ਹੈ, ਸ਼ਬਦ ਹੈ ਕਬੀਰ ਮਹਿੰਦੀ ਕਰਕੇ ਘਾਲਿਆ। ਧਿਆਨ ਦੇਣਾ ਥੋੜਾ ਜਿਹਾ, ਕਿਰਪਾ ਤੋਂ ਬਿਨਾਂ ਪ੍ਰਵਾਨ ਨਹੀਂ ਹੋਈਦਾ। ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ ਤੈਂ ਸ਼ੈ ਬਾਤ ਨਾ ਪੁੱਛਿਆ, ਕਬਹੂ ਨਾ ਲਾਈ ਪਾਏ। ਹੁਣ ਕਿਰਪਾ ਦੀ ਗੱਲ ਹੋਣ ਲੱਗੀ। ਕਬੀਰ ਸਾਹਿਬ ਕਹਿੰਦੇ ਨੇ ਇੰਨੀ ਕੁ ਘਾਲਣਾ ਕੀਤੀ, ਆਪਣੇ ਆਪ ਨੂੰ ਪੀ ਕੇ ਮਹਿੰਦੀ ਦੀ ਤਰ੍ਹਾਂ ਬਰੀ ਕਰ ਲਿਆ, ਇੰਨਾ ਬਰੀ ਕਰ ਲਿਆ ਮਹਿੰਦੀ ਦੀ ਤਰ੍ਹਾਂ ਹੋ ਗਏ। ਪਰ ਮੇਰੇ ਮਾਲਕਾ ਮੇਰੀ ਕਮਾਈ ਵੱਲ ਝਾਤੀ ਨਹੀਂ ਮਾਰੀ, ਇੰਨਾ ਕੁ ਆਪਣੇ ਆਪ ਨੂੰ ਸੂਖਸ਼ਮ ਕਰ ਲਿਆ, ਪਰ ਕਦੀ ਤੂੰ ਆਪਣੇ ਚਰਨਾਂ ਨਾਲ ਤੇ ਲਾਇਆ ਨਹੀਂ ਨਾ। ਆਪ ਪਿਸਾਏ ਪਿਸਾਏ ਤੈ ਸ਼ੈ ਬਾਤ ਨਾ ਪੁੱਛਿਆ, ਪਰ ਤੁਸੀਂ ਤਾਂ ਮੇਰੀ ਬਾਤ ਹੀ ਨਹੀਂ ਪੁੱਛੀ, ਕਬੂ ਨਾ ਲਾਈ ਪਾਏ। ਇੰਨੀ ਕਮਾਈ ਕਰਨ ਤੋਂ ਬਾਅਦ ਵੀ ਤੁਸੀਂ ਕਦੀ ਮੈਨੂੰ ਚਰਨਾਂ ਨਾਲ ਲਾਇਆ ਨਹੀਂ। ਤੇ ਅੱਗੋਂ ਗੁਰੂ ਸਾਹਿਬ ਉੱਤਰ ਦਿੰਦੇ ਨੇ, ਨਾਨਕ ਮਹਿੰਦੀ ਕਰਕੇ ਰੱਖਿਆ। ਵੇਖੋ ਰਮਜ਼ ਖੋਲਦੇ ਪਏ ਨੇ। ਇਹਦਾ ਮਤਲਬ ਇਹ ਨਹੀਂ ਕਿ ਕਬੀਰ ਸਾਹਿਬ ਦੇ ਬਚਨ ਗਲਤ ਨੇ, ਉਹਨਾਂ ਨੇ ਇੱਕ ਰਮਜ਼ ਪਾਈਏ, ਉਹਨਾਂ ਨੇ ਇੱਕ ਬੁਝਾਰਤ ਪਾਈਏ ਤੇ ਸਤਿਗੁਰੂ ਉਸ ਪਹੇਲੀ ਦਾ ਜਿਹੜਾ ਸਮਾਧਾਨ ਪੈ ਕਰਦੇ ਨੇ। ਕਹਿੰਦੇ ਨੇ ਨਾਨਕ ਮਹਿੰਦੀ ਕਰਕੇ ਰੱਖਿਆ, ਇਹ ਨਾ ਕਹੇ ਕਿ ਆਪ ਪਿਸਾਏ ਪਿਸਾਏ, ਇਹ ਕਹੇ 100 ਨਦਰ ਕਰੇ। ਜੇ ਮੈਂ ਪੈਂਦੀ ਦੀ ਤਰ੍ਹਾਂ ਬਰੀਕ ਹੋਇਆ ਗੁਰ ਪ੍ਰਸਾਦ ਤੇਰੀ ਕਿਰਪਾ ਨਾਲ, 100 ਨਦਰ ਕਰੇ। ਆਪੇ ਪੀਸੈ ਆਪੇ ਘਸੈ ਆਪੇ ਹੀ ਲਾਏ ਲੈ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂ ਦੇ। ਇਹ ਗੁਰ ਪ੍ਰਸਾਦ ਹੀ ਉਹਦੀ ਕਿਰਪਾ ਹੈ, ਕੀ ਪਤਾ ਉਹਨੇ ਕਿਹਦੀ ਝੋਲੀ ਵਿੱਚ ਦਾਤ ਪਾ ਦੇਣੀ। ਹਜ਼ੂਰ ਦੇ ਅਸੀਂ ਬਚਨ ਪੜ੍ਹਨੇ, ਤਨ ਸਾਡੇ ਸਾਰਿਆਂ ਦੇ ਇੱਕੋ ਜਿਹੇ ਨੇ। ਰੱਬ ਨੇ
शरीर की बनतर करीब करीब इको जी बनाई, रंग का फर्क हो सकता है, चक्कर चिन्ह का फर्क हो सकता है, अंग करीब करीब इको ने। साहब कहते ने भांडे इको मिट्टी दे ने, बनाए भी एक कुम्हारने ने, पर कभी देखे कई भांडे ऐसे ने जिन्हां विच सवाणियां घरां विच दुध पांदियां ने, जिन्हां भांडियां विच शरबत पाए जांदे ने मिठे, जिन्हां भांडियां विच अमृत पाया जांदा है, ते आखिर वो भी तां भांडे मिट्टी दे बने ने जिहड़े सारा दिन विचारे अग उत्ते चढ़े रहिंदे। आपां पिंडां विच तकदे हन, कई बारी काढ़नी सारा दिन ही वो विचारी अग ते चढ़दी, ते जदों रिड़कण दी वारी आउंदी है भांडा ही चेंज हो जांदा, रिड़कदे होर भांडे च ते कढ़दा दुध किसे होर विच। साहब कहंदे ने आपे भांडे साजिए ने। साहब कह लगे उस वाहिगुरू ने ये भांडे साजे ने, आपे उन्हें भांडे आपे भांडे साजे ने। साहब कह लगे उन्हें साजण तो बाद इकना विच दुध पा दिता है, वो जेड़े ने अमृत रूप बन गए ने, ते एक जेड़े ने सारा दिन चूल्हे ते चढ़दे पए ने। प्यारिया जिन्हां ते नजर करदा है ना, भांडे इको मिट्टी दे ने, उन्हां ते नजर करके उन्हां दे विच अपना नाम अमृत टिका दिंदा है। गल ओदी किरपा ते टिकी है, गुर प्रसाद ओदी किरपा तो बिना कुछ भी नहीं बनता। आपे भांडे साजियन, आपे नदर करे। साहब कहते हैं वो आप ही किरपा करे तां किरपा होवे ओदी तां अंदर कोई टिकदा है। खैर मैं अर्थ कर रहा, ओदी किरपा तो बिना, गुर प्रसाद तो बिना अंदर दे भांडे विच कुछ टिकदा नहीं। ते हजूर ने बड़ियां उदाहरणां दित्तियां ने, गुरु दी किरपा तो बिना प्राप्ति नहीं। आ पहाड़ी दी एक चोटी सी, ते सूरज दियां किरणां उस पहाड़ दी चोटी ते पईयां, ते कोमल बनास्पति, ते ओ कोमल बनास्पति ते जदों किरणां पईयां ना, ते इक्को दम ओ खिड़ा विच आ गई। ते इसे पहाड़ी ते एक मनुख बैठा है जिहदे केस दुध वर्गे चिट्टे ने, ते पता नहीं अज होका भर के कहंदा या खुदा तेरी रजा, हे अल्लाह ताला तेरी रजा। तप कर करके मन कठोर हो गया, पत्थरां ते बह बह के किन्ने साल निकल गए ने, पता नहीं पिरम रस मिलना है कि नहीं, पर या खुदा तेरी रजा। हुण तां कंधी उत्ते रुखड़ा है ना, अखां भर आईयां ने, ते उसे वक्त अखां बंद करके ये बजुर्ग बह गए। ते इन्नी देर नूं दो शरीर नजर आए ने, दिसदा एक शरीर है पर रहिंदा वो शरीर तो बाहर है, कारज सिद्धीली शरीर है। कोल आए ने ते कहंदे ने कोल आके टिक गए ने। वो फकीर अखां विच नीर भर के बैठा है, ते एक ने रबाब खोली है, दूसरे हजूर ने मेरे गुरु नानक, उन्हां दे नेत्र मुंद गए ने, नूर चेहरे ते बरसन लगा है, ते सतगुरु दे मुखार बिंद विचों अमृतमय बाणी दा उचारण होण लगा है। वो फकीर बैठा है, खुदा मैं तेनू पाना है। ते शब्द आरंभ होया, सुन वड्डा आखै सब कोए, केवड वड्डा डीठा होए, कीमत पाए ना कहा जाए, कहने वाले तेरे रह समाए। सतगुरु जदों शब्द दा समाप्ति कीती ते उस बजुर्ग दियां अखां खुलियां ने। ये पहाड़ी कोई होर नहीं, ओ ही पहाड़ी है कीरतपुर साहब दी, जिथे अज पीर बुढ़न शाह दी कबर है। इत्थे मेरा गुरु नानक टिकिया है, ते पीर दे अंदर चरनाट छिड़ गई, लू लू दे विच कोई बिजली दौड़ गई, ते इक्को दम चरना ते देख के कहंदा या वली ऐ खुदा दे रूप तू कौन है। ते जदों चरना ते डिगदा है ते नाल दा साथी कहंदा है कि मेरा गुरु नानक है। नानक निरंकारी है। नानक शब्द ने सुध बुद्ध भुला दी। उस बुढ़न शाह नूं बेहोशी आ गई, चरना ते डिग्गा, हजूर दे ओने चरण धो दिते, ते सतगुरु ने सिर ते रखिया हथ, कह लगे बुढ़न शाह अज गुरु दे घर विच तेरा जन्म होया ही, ध्यान रखना गुर प्रसाद तो बिना प्राप्ति नहीं। मत्थे ते हथ रख के कह लगे बुढ़न शाह बोल वाहिगुरु, बुढ़न शाह बोल सत करतार। ते जदों इन्ने शब्द कह नेत्र खुले ते रू रू लू लू विचों वाहिगुरु वाहिगुरु दी आवाज पई आवे, सत करतार दी धुरी लग गई। ते ओ मक्खण वाहिगुरु बुढ़न शाह जिदा अजे नवा जना जन्म होया है, ते जिदे जन्म बारे हजूर कहंदे ने सतगुरु कह जन्मै गमन मिटाया। मेरा गुरु अपने प्रेम दे पुंगाड़े पुंगूड़े विच इहनू लोरियां पै दिंदा है, ते इहदी शीश नू अपनी झोली विच रखिया है।
ते परत परत के कहते ने मक्खण शाह को वाहिगुरु, ते जदों वाहिगुरु कहंदा है अंदर नूं रस आउंदा है। ते हजूर जदों आया होश विच पुछदे ने मक्खण शाह किन्ने साल हो गए बैठिया? कह लगा दाता अज दा नहीं, पता नहीं किनिया को सर्दियां, किनिया को गर्मियां, किनिया को बसंत रुता निकलियां ने। साहब कह लगे खाना पीना की है? कहंदा 2 बकरियां ने, दुध चो के शाम नूं पेट भर लेना। ते पुछया अज तक कुछ मिलिया ही? ते हाथ जोड़ के कहंदा बहुत कुछ मिलिया है, अज ही मिलिया, पहला नहीं सी मिलिया। कह लगे इन्ना समा हो गया, पत्थर घस गए ने बैठिया बैठिया, अजे तक तेनू कुछ मिलिया ही नहीं। कह लगा नहीं दाता अज मिल गया है। पूछया की? कह लगा सोचदा सा बुढ़न शाह मर जाएगा पर खुदा की प्राप्ति नहीं। अज तेरे हाथ ने ते तेरे मुख ने जदों वाहिगुरू कहा है ते मैं समझना अज मैं जीवन की बाजी जित लई। जे इन्ने साल पत्थर ते बह के गुरु नानक तेरे वर्गा गुरु मिल गया है, होर मक्खण शाह नूं दुनिया की कोई चीज नहीं चाहिए, क्योंकि गुर प्रसाद तो बिना ओदे घर दे अंदर थां नहीं। हजूर ने कृपा की, तुरन लगे। कह लगा दातिया छड़ के ना जाओ। ते साहब कह लगे मक्खण शाह नहीं, वाहिगुरू बुढ़न शाह तेरे वर्गे कई होर ने। कह लगा दातिया फिर कदों दर्शन? शरीर वडेरा है, मंग फिर मंग लीए दातिया, फिर कदों दर्शन? ते हजूर कह लगे आवांगे। कहंदा सुच्चे मुंह चले हो, कोई शकना नहीं, इन्नी दात दिती आ, इहदे बदले कुछ भी नहीं लेगा, मेरे को देन लई कही है। आ एक दुध दा छन्ना भरिया है, घटो घट इनू ते मुख ला जाओ। साहब कहन लगे बुढ़न शाह दर्शन मंगना है? कहन लगा फिर कदों? साहब कहन लगे आवांगा, 6वें जामे विच आवांगा ते अपने आप मंग के दुध पीआंगा। ते नाल दा सज्जन कहंदा सतगुरु तेरे कई चोज ने, की तेनू पहचान लेगा? कह लगे जिदे अंदर 7 करतार टेगिया, गुरु किसे भी लिबास विच आवे, कलगी ला के आ जाए, 2 किरपाना पा के आ जाए, सेली टोपी लैके आ जाए, 72 साल का बजुर्ग बन के आ जाए ते 8 साल का बन के आ जाए, सिख पहचान ही लेदा हुंदा। जिन्नू गुरु ने अंदर दी दात दिती, बह जा मख वाहिगुरू बुढ़न शाह इस थां ते टिक जा, आवांगा मंग के तेरे तो दुध पीआंगा। मेरे कहण तो मुराद केवल इन्ना कुए जे इन्ना समा ओ बंदा पत्थरां ते बैठा रहा है ते गुरु नानक दे चरनां विच जुड़न तो बिना प्राप्ति नहीं। ते जेड़े बंदे कहंदे फिरदे ने कि गुरु तो बिना रब नहीं मिलदा, ओ बुढ़न शाह दी कबर तो ही पुछ ले कि गुरु नानक दी कृपा तो बिना कुछ मिलिया। हजूर तां ही कहंदे ने पर प्यारिओ गुरु भी उन्हां नूं मिलदा, नदर करे जे अपनी तां नदरी सतगुर पाया। मैं अर्ज की अगे, हजूर कहते ने कि पूरा गुरु उन्हां नूं मिलदा है, नानक सतगुर तिना मिलायन जिन्हां तुरे पिया संजोग, जिन्हां दे मथे दे लेख मेरे सतगुरु तुसी लिख दिते ने, उन्हां नूं गुरु मिलदा है। खैर उस एक ओंकार तक आपां हुण किवें जाणे? सतगुरु ने कृपा की, गुरु ग्रंथ साहिब विच गुरु की जोत है। कई सज्जन कहते ने गुरु दे दर्शन किवें करने ने? ते मैं अर्ज की है सवेरे भी इत्थे भाई नंद लाल जी होरां दी बाणी ना प्रवाणित है, दरबार साहिब विच उन्हां दी पवित्र बाणी दा कीर्तन हो सकदा है ते हुंदा है। भाई नंद लाल ने एक सवाल कीता सी, गुरु गोबिंद सिंह मैनू तोरन लगे हो, तेरे दर्शनां दी जदों चाहना होई ते किवें दर्शन करांगा? हजूर ने एक गल कही ते भाई नंद लाल दी बाणी ते तां असीं तर्क नहीं ना कर सकदे। कहन लगे नंद लाल मेरे 3 तरीकिਆਂ ਨਾਲ दर्शन ਹੁੰਦੇ नहीं। ਪੁੱਛਿਆ महाराज किवें? ਹੁਣ सतगुरु कहते एक ਤਾਂ ਉਹ ਜੋਤ ਹੈ ਜਿਹੜੀ ਸਰਬ ਵਿਆਪਕ ਹੈ, ਨਿਰਗੁਣ ਹੈ, ਜਿਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ। ਤੇ ਦੂਸਰੀ ਗੱਲ ਇੱਕ ਚੇਤੇ ਰੱਖੀ ਪਿਆਰਿਆ, ਜੇ ਮੇਰੇ ਨਾਲ ਤੂੰ ਗੱਲ ਕਰਨੀ ਹੈ ਨਾ, ਕਹਿਣ ਲੱਗਾ ਹਾਂ महाराज ਜਿਵੇਂ ਹੁਣ ਕਰਨਾ ਵਾ। ਕਹਿੰਦੇ ਨੇ ਅੰਮ੍ਰਿਤ ਵੇਲੇ ਆਵੀਂ, ਇਸ਼ਨਾਨ ਕਰੀ ਤੇ ਗੁਰੂ ਗ੍ਰੰਥ ਸਾਹਿਬ ਦੀਆਂ 3 ਪ੍ਰਦਖਣਾ ਕਰਕੇ ਕਰੀ ਅਰਦਾਸ। ਤੇ ਕਈ ਮੈਂ ਗੁਰੂ ਨਾਨਕ ਤੇਰੇ ਨਾਲ ਗੱਲਾਂ ਕਰਨ ਆਇਆ ਤੇ ਰੁਮਾਲ ਚੁੱਕ ਕੇ ਜਦੋਂ ਬਾਣੀ ਪੜੇਗਾ ਮੈਂ ਤੇਰੇ ਨਾਲ ਬਚਨ ਕਰਨਾ, ਤੂੰ ਮੇਰੇ ਨਾਲ ਗੱਲਾਂ ਕਰਦਾ ਹੋਵੇਂਗਾ। ਦੂਜਾ ਰੂਪ ਇਹ ਵੇ ਤੇ ਇੱਕ ਇੱਕ ਅੱਖਰ ਮੇਰਾ ਰੋਮ ਹੀ, ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਮੇਰੇ ਵਿੱਚ ਭੇਦ ਜਾਣਦਾ ਉਹ ਰੱਬ ਤੋਂ ਵਿਛੜ ਜਾਏਗਾ। ਦਾਤਾ ਤੀਸਰਾ ਰੂਪ ਕਹਿਣ ਲੱਗੇ ਜਿਹੜੇ ਸਿੱਖ ਨੇ ਬਾਣੀ ਜੀਵੀ ਏ,
ਜਿਹਦੇ ਰੋਮ ਰੋਮ ਵਿੱਚ ਗੁਰੂ ਕੀ ਬਾਣੀ ਵਸ ਗਈ ਏ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹ ਸਿੱਖ ਦੇ ਦਰਸ਼ਨ ਕਰੀ ਤੇ ਉਹਦੇ ਚਿਹਰੇ ਵਿੱਚੋਂ ਤੈਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਣਗੇ। ਪਿਆਰਿਓ, ਜਿਸ ਮੁਖ ਵਿੱਚੋਂ ਮੇਰੇ ਗੁਰੂ ਨੇ ਦੀਦਾਰ ਦੇਣੇ ਨੇ, ਹੱਦ ਹੋ ਗਈ। ਜਿਸ ਸ਼ੀਸ਼ੇ ਵਿੱਚੋਂ ਗੁਰੂ ਦਾ ਰੂਪ ਦਿਸਣਾ ਹੋਵੇ ਤੇ ਉਸ ਸ਼ੀਸ਼ੇ ਨੂੰ ਬੰਦਾ ਚੋਟ ਮਾਰ ਕੇ ਤੋੜ ਦੇਵੇ ਤੇ ਇਦੋਂ ਵੱਧ ਬਦਕਿਸਮਤੀ ਕੀ ਹੋਵੇਗੀ। ਮੈਂ ਅਰਜ਼ ਕਰਾਂ, ਗੁਰੂ ਸਮਰਾਤੇ ਭਾਈ ਨੰਦ ਲਾਲ ਨੂੰ ਸਾਹਿਬ ਕਹਿੰਦੇ ਨੇ 3 रूप है मोहे के, सुनो नंद चितलाए, निर्गुण सरगुण गुरु शब्द कहूं तोए समझाए। एक रूप त्यों गुण ते परै, नेत नेत जे निगम उचरै, घट घट व्यापक अंतर जामी, पूर रहो जो जल घट सामी। अगला वचन कीता, जो सिख गुर दर्शन की चाहे, दर्शन करे ग्रंथ जी आहे। एदू वड्डा गुरु किथों मिलना है। जो सिख गुर दर्शन की चाहे, दर्शन करे ग्रंथ जी आए। प्रभात समय करके इशनान, 3 प्रदर्शना करे स्नान, करे सुजान। कह लगे जो मम बचन सुनन की चाहे, ग्रंथ जी पढ़े सुने चित लाए। कह लगे प्यारिया, ग्रंथ रूप तू मेरो जान, इसमें भेद ना रंच पछान। ਇਹਦੇ ਵਿੱਚ ਰੰਚਕ ਮਾਤਰ ਭੇਦ ਨਹੀਂ। ਤੇ ਤੀਜਾ ਰੂਪ ਕਹਿ ਲੱਗੇ, ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਨਿਸ ਅਰ ਭੋਰ। ਜਿਹੜਾ ਗੁਰੂ ਕੀ ਬਾਣੀ ਵਿੱਚ ਰਚਿਆ ਹੋਇਆ। ਮੈਂ ਇੱਕ ਦਿਨ ਸ਼ਾਇਦ ਇੱਥੇ ਅਰਜ਼ ਨਹੀਂ ਕੀਤੀ, ਅਸੀਂ ਕਹਿੰਦੇ ਹਾਂ ਪੰਜਾਂ ਵਿੱਚ ਮੇਰਾ ਗੁਰੂ ਵੇ। ਇਹ ਵੀ ਕਿਹਾ ਗਿਆ ਕਿ ਆਤਮਾ ਗੁਰੂ ਗ੍ਰੰਥ ਸਾਹਿਬ ਹੈ, ਸਰੀਰ 5 ਨੇ। ਪਰ ਚੇਤੇ ਰੱਖਿਓ, ਸਰੀਰ ਦੀ ਕੀਮਤ ਤਾਂ ਜੇ ਆਤਮਾ ਹੈ, ਜੇ ਆਤਮਾ ਨਹੀਂ ਤੇ ਸਰੀਰ ਦੀ ਕੋਈ ਕੀਮਤ ਨਹੀਂ। 5 ਸਰੀਰਾਂ ਦੀ ਕੀਮਤ ਨਹੀਂ, 5 ਦੀ ਤਾਂ ਕੀਮਤ ਹੈ ਜੇ ਉਹਨਾਂ ਅੰਦਰ ਗੁਰੂ ਕੀ ਬਾਣੀ ਵਸੀ ਹੋਈ ਹੈ। ਤੇ ਆਤਮਾ ਤੋਂ ਬਿਨਾਂ ਸਰੀਰ ਨੂੰ ਕੌਣ ਪੁੱਛਦਾ। ਹਜ਼ੂਰ ਨੇ ਬਾਣੀ ਵਿੱਚ ਨਹੀਂ ਕਿਹਾ, ਕਹਿਣ ਲੱਗੇ ਤਿੱਚੜ ਵਸੈ ਸੁਹੇਲੜੀ। ਭਾਵੇਂ ਗੱਲ ਆਤਮਾ ਦੀ ਤੇ ਸਰੀਰ ਦੀ ਕੀਤੀ, ਤਿੱਚੜ ਵਸੈ ਸੁਹੇਲੜੀ। ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਜਿੱਚਰ ਵਸਿਆ ਕੰਤ ਘਰ, ਜਿਉ ਜਿਉ ਸਭ ਕਹਾਤ। ਜਾਂ ਉੱਠੀ ਚਲਸੀ ਕੰਤੜਾ, ਕੋਈ ਨਾ ਪੁੱਛੈ ਤੇਰੀ ਬਾਤ। 5 ਨੂੰ ਵੀ ਉਹ ਪਰਵਾਨ ਨੇ ਜਿਨ੍ਹਾਂ ਦੇ ਅੰਦਰ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀਤੀ ਹੋਵੇ। ਨਹੀਂ ਤੇ ਹਾਰੀ ਸਾਰੀ 5 ਬੰਦੇ ਖੜੇ ਕਰਕੇ ਕਹਿ ਦੇਗਾ ਸਾਡੇ 5 ਪਿਆਰੇ। ਨਹੀਂ ਪਿਆਰਿਓ, ਸਮਝੋ ਇੱਕ ਸਿਧਾਂਤ ਹੈ ਗੁਰੂ ਦੇ ਘਰ ਦਾ। ਹੁਣ ਉਹ ਦਾਤ ਗੁਰ ਪ੍ਰਸਾਦ ਅਸੀਂ ਲੈਣਾ ਕਿੱਥੋਂ ਵੇ? ਅੱਜ ਦੇ ਸੰਦਰਭ ਵਿੱਚੋਂ ਨਾਮ ਕਿੱਥੋਂ ਲੈਣਾ? ਤੇ ਮੈਂ ਇੱਕ ਅਰਜ਼ ਕਰਾਂਗਾ, ਜਿਹੜੇ ਵੀਰ ਦੂਰ ਗਏ ਨੇ ਨਾ, ਉਹਨਾਂ ਨਾਲ ਆਪਣੀ ਬਿਲਕੁਲ ਨਫ਼ਰਤ ਨਹੀਂ। ਤੁਸੀਂ ਸਾਡੇ ਹੋ, ਅਸੀਂ ਤੁਹਾਡੇ ਹਾਂ। ਪਰ ਇੱਕ ਗੱਲ ਚੇਤੇ ਰੱਖਿਓ, ਕਈ ਵਾਰੀ ਸਤਿਗੁਰੂ ਦੀ ਬਾਣੀ ਪੜ੍ਹਦੇ ਹੁੰਦਾ ਹੈ, ਮਾਦਾਤਾ ਤੂੰ ਬੜਾ ਕਿਰਪਾਲੂ ਹੈ। ਜਿਹੜੇ ਤੇਰੇ ਘਰ ਵਿੱਚੋਂ ਭੱਜ ਜਾਂਦੇ ਨੇ ਨਾ, ਤੇ ਜੇ ਪਰਤ ਕੇ ਆਉਣ ਫਿਰ ਇੰਨੀ ਕਿਰਪਾ ਕਰਨੇ ਆਪਣੇ ਨਾਲ ਹੀ ਬਿਠਾ ਲੈਣਾ। ਧਿਆਨ ਰੱਖਿਓ ਪਿਆਰਿਓ, ਜਿਹਨਾਂ ਨੇ ਅਜੇ ਕੇਸਾਂ ਦੀ ਕੇਸ ਨਹੀਂ ਰੱਖੇ, ਨਿਰਾਸ਼ ਨਾ ਹੋਇਓ, ਤੁਰੋ ਇਸ ਘਰ ਵੱਲ ਨੂੰ। ਸੱਤਾ ਬਲਵੰਡ ਕਿਸੇ ਦਿਨ ਕਹਿ ਕੇ ਗਏ ਸਨ, ਗੁਰੂ ਨਾਨਕ ਦੀ ਕੀਮਤ ਸਾਡੇ ਕਰਕੇ ਵੇ। ਤੇ ਜਿੱਦਣ ਕਿਹਾ ਨਹੀਂ ਬਾਬਾ ਤੇਰੇ ਕਰਕੇ ਅਸੀਂ ਤੁਰੇ ਫਿਰਨੇ ਆ। ਜਦੋਂ ਉਸੇ ਜ਼ਬਾਨ ਨੇ ਜਿੰਨੇ ਕਿਹਾ ਸੀ ਗੁਰੂ ਅਰਜਨ ਨੂੰ ਕੌਣ ਜਾਣਦਾ ਹੈ, ਉਸੇ ਕਿਹਾ, ਕਹਿਣ ਲੱਗੇ ਉਗਵਣ ਹੋਤਾ ਆਤਮਨੋ ਚੌਚੱਕੀ ਕੀਨ ਲੋਵਾ। ਜਿਨੀ ਗੁਰੂ ਨਾ ਸੇਵਿਓ ਮਨ ਮੁਖਾ ਪਿਆ ਮੋਵਾ। ਇਦੋਂ ਵੱਡੀ ਬੇਮੁਖ ਬੰਦੇ ਦੇ ਅੰਦਰ ਤਪਦੀ ਹੋਈ ਮਿਸਾਲ ਕਿੱਥੋਂ ਮਿਲੇਗੀ? ਜਿਹੜੇ ਤੁਰ ਗਏ ਤੇ ਪਰਤ ਕੇ ਆ ਕੇ ਕਿਹਾ, ਗੁਰੂ ਅਰਜਨ ਸਾਹਿਬ ਲੈਂਦੇ ਤੋਂ ਚੜ੍ਹਦੇ ਤੱਕ, ਚੜ੍ਹਦੇ ਤੋਂ ਲੈਂਦੇ ਤੱਕ ਤੇਰੇ ਤੋਂ ਬਿਨਾ ਸਾਡਾ ਕੋਈ ਨਹੀਂ। ਜਦੋਂ ਵਾਰ ਕਹੀ ਤੇ ਮੇਰੇ ਗੁਰੂ ਨੇ ਇੰਨੀ ਕਿਰਪਾ ਕੀਤੀ, ਕਹਿਣ ਲੱਗੇ ਪੁੱਤਰ ਸੱਤਾ ਬਲਵੰਡ ਭੁੱਲ ਗਏ ਸੋ ਕੋਈ ਨਹੀਂ। ਅੱਜ ਤੋਂ ਬਾਅਦ ਗੁਰੂ ਨਾਨਕ ਦੀ ਬਾਣੀ ਬਰਾਬਰ ਤੁਹਾਡੀ ਬਾਣੀ ਨੂੰ ਵੀ ਨਮਸਕਾਰ ਹੋਵੇਗੀ। ਆਓ ਤਾਂ ਸਹੀ ਸੱਜਣੋ, ਇਹ ਗੁਰੂ ਬੜਾ ਦਿਆਲੂ ਜੇ। ਮੈਂ ਪ੍ਰੋਫੈਸਰ ਪੂਰਨ ਸਿੰਘ ਦੀ ਕੁਝ ਕਿਤਾਬਾਂ ਪੜ੍ਹੀਆਂ, ਵਾਹਿਗੁਰੂ ਬਚਾਈ ਮੈਂ ਤੋਂ। ਪ੍ਰੋਫੈਸਰ ਪੂਰਨ ਸਿੰਘ ਬੜੀ ਅੰਦਰ ਦੀ ਗੱਲ ਕਰਦੇ ਨੇ। ਉਹਨੂੰ ਪੜ੍ਹਨ ਲਈ ਨਾ ਸੁਰਤੀ ਦਾ ਮਾਰਗ ਬਹੁਤ ਜ਼ਰੂਰੀ। ਉਹਦੀ ਕਿਤਾਬ ਹੈ ਖੁੱਲੇ ਲੇਖ। ਉਹਦਾ ਜਿਹੜਾ ਮੁੱਖ ਬੰਦੇ ਨਾ, ਉਸ ਬੰਦੇ ਨੇ ਕਮਾਲ ਕਰ ਦਿੱਤੀ। ਉਹ ਜਾਪਾਨ ਚਲਾ ਗਿਆ ਸੀ, ਅੰਮ੍ਰਿਤਧਾਰੀ ਸੀ, ਕੇਸਰਾਂ ਦੀ ਬੇਦਬੀ ਕਰ ਦਿੱਤੀ। ਖੈਰ ਇਹ ਵੱਖਰਾ ਵਿਸ਼ਾ, ਕਿਵੇਂ ਉਹ ਤਬਦੀਲ ਹੋਇਆ ਕੋਸ਼ਿਸ਼ ਕਰਾਂਗਾ ਕਿਸੇ ਦਿਨ ਇਹਨੂੰ ਵੀ ਸੰਗਤ ਦੇ ਸਮਕਸ਼ ਰੱਖਾਂ। ਜਦੋਂ ਉਹ ਕਹਿੰਦੇ ਨੇ ਵਾਪਸ ਆਏ, ਭਾਈ ਵੀਰ ਸਿੰਘ ਨੇ ਇੱਕ ਵਾਰੀ ਛਾਤੀ ਨਾਲ ਲਾਇਆ ਸੀ ਤੇ ਸਿਰ ਤੇ ਹੱਥ ਫੇਰ ਕੇ ਕਿਹਾ ਸੀ, ਪੁੱਤਰ ਗੁਰੂ ਕਲਗੀ ਵਾਲੇ ਦੀ ਮੋਹਰੀ ਤੇ ਇਹ ਮੋਹਰ ਮੇਰੇ ਗੁਰੂ ਨੇ ਕਾਇਮ ਰੱਖੀ ਪੁੱਤਰ ਦੇ ਕੇ, ਤੇ ਗੁਰੂ ਦੀ ਮੋਹਰ ਨੂੰ ਕੱਟੀ ਦਾ ਨਹੀਂ। ਜਦੋਂ ਹੱਥ ਫੇਰਿਆ ਅੰਦਰ ਚਰਨਾੜ ਛਿੜ ਪਈ।
ਤੇ ਘਰ ਗਿਆ ਤੇ ਚਿੱਟੀ ਦਸਤਾਰ ਬੱਧੀ ਤੇ ਘਰ ਸ਼ੇਵ ਕਰਨ ਵਾਲਾ ਆਉਂਦਾ ਸੀ ਤੇ ਜਦੋਂ ਉਹਨੇ ਲਿਆ ਕੇ ਕੈਂਚੀ ਲਿਆਂਦੀ ਉਸ ਤਰ੍ਹਾਂ ਲਿਆਂਦਾ ਤੇ ਹੱਸ ਕੇ ਕਹਿਣ ਲੱਗਾ, ਸਜਣਾ ਤੇਰੀ ਰੋਜੀ ਏ, ਪੈਸੇ ਜਿੰਨੇ ਮਰਜ਼ੀ ਲੈ ਲਈ, ਪਰ ਜਿਸ ਸਿਰ ਤੇ ਗੁਰੂ ਨਾਨਕ ਦੇ ਗੁਰਮੁਖ ਦਾ ਹੱਥ ਫਿਰ ਜਾਏ ਨਾ, ਉਸ ਸਿਰ ਉੱਤੇ ਕਦੀ ਕੈਂਚੀ ਨਹੀਂ ਫਿਰਦੀ ਹੁੰਦੀ। ਅੱਜ ਤੋਂ ਬਾਅਦ ਇੱਥੇ ਕੈਂਚੀ ਨਹੀਂ ਫਿਰਨੀ। ਉਹਨੇ ਫਿਰ ਕਲਮ ਚੁੱਕੀ, ਉਹਨੇ ਲਿਖਿਆ ਤੇ ਬੰਦ ਜਿਹੜਾ ਮੁੱਖ ਬੰਦ ਉਹਨੇ ਖੁੱਲੇ ਲੇਖ ਵਿੱਚ ਲਿਖਿਆ। ਉਹ ਕਹਿੰਦਾ, ਮੁੱਦਤਾ ਪਹਿਲਾਂ, ਉਹਦੀ ਸ਼ਬਦਾਵਲੀ ਹੈ, ਮੁੱਦਤਾ ਪਹਿਲਾਂ ਮੈਂ ਬਾਪੂ ਤੇਰੇ ਘਰੋਂ ਭਗੌੜਾ ਹੋ ਗਿਆ, ਮੈਂ ਚਲਾ ਗਿਆ। ਕਹਿੰਦਾ ਗੁਰਮੁਖੀ ਮੈਂ ਮਾਂ ਦੇ ਦੁੱਧ ਤੋਂ ਨਹੀਂ ਸਿੱਖੀ, ਛੋਟਾ ਸਾ ਚਲਾ ਗਿਆ, ਅਜੇ ਤੱਕ ਵੀ ਕਹਿੰਦਾ ਮੈਨੂੰ 35 ਅੱਖਰਾਂ ਵਿੱਚੋਂ ਕਈ ਅੱਖਰ ਪਾਣੇ ਨਹੀਂ ਜੇ ਆਉਂਦੇ। ਕਹਿੰਦਾ ਵਾਪਸ ਆਇਆ ਤੇ ਬਾਪੂ ਨੇ ਦਿਲਾਸਾ ਦਿੱਤਾ, ਭਾਈ ਵੀਰ ਸਿੰਘ ਨੇ, ਬਾਪੂ ਨੇ ਦਿਲਾਸਾ ਦਿੱਤਾ ਤੇ ਮੈਨੂੰ ਕਹਿਣ ਲੱਗਾ, ਬੇਟਾ ਤੂੰ ਤਾਂ ਭਾਵੇਂ ਚਲਾ ਗਿਆ ਸੀ, ਪਰ ਗੁਰੂ ਦਾ ਦਰਵਾਜ਼ਾ ਤਾਂ ਉਦੋਂ ਦਾ ਖੁੱਲਾ ਤੇਰੀ ਇੰਤਜ਼ਾਰ ਪਿਆ ਕਰਦਾ ਕਿ ਤੂੰ ਮੇਰੇ ਕੋਲ ਆਵੇਂਗਾ। ਕਹਿਣ ਲੱਗਾ ਬਾਪੂ ਦਾ ਘਰ ਖੁੱਲਾ ਸੀ, ਜਦੋਂ ਮੈਂ ਮੱਥਾ ਟੇਕਿਆ ਗੁਰਮੁਖ ਨੇ ਛਾਤੀ ਨਾਲ ਲਾਇਆ, ਉਸੇ ਵਕਤ ਕਹਿੰਦਾ ਕਵਿਤਾ ਦਾ ਜਨਮ ਹੋਇਆ, ਉਸੇ ਵਕਤ ਵਾਰਤਕ ਦਾ ਜਨਮ ਹੋਇਆ, ਉਸੇ ਵਕਤ ਕਹਿਣ ਲੱਗਾ ਗੁਰਮੁਖੀ ਦਾ ਜਨਮ ਹੋਇਆ। ਤੇ ਕਹਿੰਦਾ ਮੇਰੇ ਬਾਪੂ ਤੂੰ ਕਿੰਨਾ ਕਿਰਪਾਲੂ ਵੇਂ। ਕਹਿੰਦਾ ਮੇਰੀਆਂ ਅੱਖਾਂ ਵੀ ਜਿਹੜੀ ਚਮਕੇ ਮੇਰੀ ਨਹੀਂ, ਉਸ ਗੁਰਮੁਖ ਦੀ ਜੇ, ਜਿਸ ਗੁਰਮੁਖ ਨੇ ਮੈਨੂੰ ਪਰਤ ਕੇ ਬਾਪੂ ਦੇ ਚਰਨਾਂ ਨਾਲ ਜੋੜ ਦਿੱਤਾ। ਮੇਰੇ ਹਿਰਦੇ ਵਿੱਚ ਜਿਹੜੀ ਕਣੀ ਮੱਗਦੀ ਏ ਮੇਰੀ ਨਹੀਂ, ਉਸ ਗੁਰਮੁਖ ਦੀ ਏ ਜਿਨੇ ਗੁਰੂ ਨੂੰ ਜੋੜਿਆ। ਕਹਿਣ ਲੱਗਾ ਮੇਰੇ ਖੂਨ ਦਾ ਜਿਹੜਾ ਦੌਰਾ ਮੇਰਾ ਨਹੀਂ, ਮੇਰੇ ਉਸ ਕਲਗੀ ਵਾਲੇ ਦਾ ਜਿਹਨੇ ਪਰਤ ਕੇ ਮੈਨੂੰ ਫਿਰ ਆਪਣਾ ਬਣਾ ਲਿਆ। ਸਾਧ ਸੰਗਤ ਆਓ ਗੁਰ ਪ੍ਰਸਾਦ ਆਪਾਂ ਲਈਏ। ਮੇਰਾ ਗੁਰੂ ਬੜਾ ਵੱਡਾ ਹੈ। ਮੈਂ ਤਾਂ ਕਈ ਵਾਰੀ ਅਰਜ਼ ਕਰਦਾ, ਕਈ ਵਾਰੀ ਸਾਡੇ ਸਿੱਖ ਆਪਣੇ ਗੁਰਸਿੱਖ ਨਾ ਆ ਪੰਕਤੀਆਂ ਸੁਣਾਉਂਦੇ ਹੁੰਦੇ ਨੇ। ਪਿੰਡਾਂ ਵਿੱਚ ਇੱਕ ਵਹਿਮ ਭਰਮ ਹੈ, ਪਰ ਉਦਾਹਰਨ ਵਾਲਾ ਪੱਖ ਲੈਣਾ ਸਿਰਫ। ਜਦੋਂ ਬੱਚੇ ਨੂੰ ਨਜ਼ਰ ਲੱਗਦੀ ਹੈ ਨਾ ਤੇ ਮਾਈਆਂ ਪਤਾ ਕੀ ਕਰਦੀਆਂ ਨੇ, ਉਹਦੀ ਨਜ਼ਰ ਨੂੰ ਉਤਾਰਨ ਨੂੰ, ਰੋਗ ਨੂੰ ਉਤਾਰਨ ਨੂੰ ਕਈ ਵਾਰੀ ਚੁਰਸਤੇ ਦੀ ਮਿੱਟੀ ਵਾਰਦੀਆਂ ਨੇ। ਇਹਦਾ ਮਤਲਬ ਇਹ ਹੁੰਦਾ ਵੀ ਇਹਨੂੰ ਨਜ਼ਰ ਨਾ ਲੱਗੇ। ਜਵਾਨੀਆਂ ਮਾਣੇ, ਕਈ ਵਾਰੀ ਮਰਚਾਂ ਵਾਰੀਆਂ ਦੰਦੀਆਂ ਨੇ, ਇਹਦਾ ਮਤਲਬ ਹੈ ਮੇਰੇ ਬੱਚੇ ਨੂੰ ਕਦੀ ਰੋਗ ਨਾ ਲੱਗੇ। ਤੇ ਕਈ ਵਾਰੀ ਉਸ ਬੱਚੇ ਦੀ ਜਦੋਂ ਸ਼ਾਦੀ ਹੁੰਦੀ ਏ ਤੇ ਮਾਂ ਉਹਨਾਂ ਤੋਂ ਪਾਣੀ ਵਾਰ ਕੇ ਪੀਂਦੀ ਏ, ਇਸ ਵਾਸਤੇ ਮੇਰੇ ਪੁੱਤਰ ਤੂੰ ਸਖੀ ਵਸੇ। ਪਰ ਮੇਰੇ ਕਲਗੀ ਵਾਲਿਆ, ਕੋਈ ਆਪਣੇ ਪੁੱਤਰਾਂ ਤੋਂ ਮਿੱਟੀ ਵਾਰਦਾ ਹੈ, ਕੋਈ ਮਰਚਾਂ ਮਾਰਦਾ ਹੈ, ਕੋਈ ਪਾਣੀ ਵਾਰ ਕੇ ਪੀਂਦਾ। ਮੇਰੇ ਪੁੱਤਰ ਚਿਰ ਜਵਾਨੀਆਂ ਮਾਨਣ ਤੇ ਤੂੰ ਆਪਣਾ ਖਾਲਸਾ ਜਿਹੜਾ ਪੁੱਤਰ ਪੈਦਾ ਕੀਤਾ, ਨਾ ਤੂੰ ਮਰਚਾਂ ਵਾਰੀਆਂ, ਨਾ ਮਿੱਟੀ ਵਾਰੀ, ਨਾ ਪਾਣੀ ਵਾਰਿਆ, ਤੂੰ ਆਪਣੇ ਚਾਰੇ ਪੁੱਤਰ ਹੀ ਇਹਨਾਂ ਉਤੋਂ ਵਾਰ ਦਿੱਤੇ। ਧਿਆਨ ਰੱਖਣਾ। ਇਸੇ ਕਰਕੇ ਕਿਹਾ ਸੀ, ਕਹਿਣ ਲੱਗੇ ਐ ਗੁਰੂ ਕੇ ਸਿੱਖਾਂ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ। ਕਿਉਂ ਵਾਰੇ? ਇਸ ਕਰਕੇ ਮੇਰੇ ਖਾਲਸੇ ਪੁੱਤਰ ਦੀ ਉਮਰ ਲੰਮੀ ਹੋਵੇ। ਕਹਿਣ ਲੱਗੇ 4 ਮੁਵੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹਨਾਂ ਪੁੱਤਰਾਂ ਨੂੰ ਵੇਖ ਕੇ ਕਿਹਾ ਸੀ, ਬੱਚਿਓ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਉਸ ਗੁਰੂ ਦੀ ਕਿਰਪਾ ਲਵੋ, ਅੰਮ੍ਰਿਤ ਦੀ ਦਾਤ ਲਵੋ ਪਿਆਰਿਓ, ਤੇ ਗੁਰੂ ਮੰਤਰ ਲਵੋ, ਮੂਲ ਮੰਤਰ ਲਵੋ। ਜੇ ਇੱਕ ਓੰਕਾਰ ਨਾਲ ਜੁੜਨਾ ਹੈ ਤੇ ਗੁਰ ਪ੍ਰਸਾਦ ਲੈਣਾ ਪਏਗਾ। ਤੇ ਫਿਰ ਅਸੀਂ ਕਹਿੰਦੇ ਆ ਮਾਇਆ ਵਿੱਚ ਖਚਤਾ ਜੀ, ਸਾਡੇ ਤੇ ਕਿਰਪਾ ਕਿਤੇ, ਤੇ ਰੋਜ਼ ਨਿਤਨੇਮ ਕਰਦੇ ਨਹੀਂ। ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ। ਗੁਰੂ ਤਾਂ ਮਾਇਆ ਵਿੱਚ ਵੀ ਕਿਰਪਾ ਕਰ ਦਿੰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਆਪਾਂ ਵੀ ਗੁਰ ਪ੍ਰਸਾਦ ਲੈ ਸਕੀਏ। ਤੇ ਗੁਰੂ ਜਦੋਂ ਕਿਰਪਾ ਕਰਦਾ ਫਿਰ ਜੀਵਨ ਵੀ ਤਬਦੀਲੀ ਕਿੰਨੀ ਹੈ। ਇੱਕ ਬਚਨ ਕਹਿ ਕੇ ਮੈਂ ਸਮਾਪਤੀ ਕਰਾਂ। ਗੁਰੂ ਅੰਗਦ ਸਾਹਿਬ ਦੀ ਉਸਤਤ ਵਿੱਚ ਅਖੀਰ ਦਾ ਇੱਕ ਸਵਈਆ, ਸਵਈਆ ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ, ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਿਵਨਿਤ ਦਰਿਆਓ ਜਨਮ ਹਮ ਕਾਲਕ ਧੋਵੈ। ਪਰ ਇਹ ਕਿਰਪਾ ਜੇ ਗੁਰੂ ਦੀ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ, ਸਾਨੂੰ ਉਸ ਜੋਤ ਦੇ ਜਿਹੜੇ ਬਚਨ ਨੇ ਅੱਜ ਵੀ ਇਹਦੇ ਤੇ ਟੁਕਾਣੇ ਪੈਣਗੇ। ਭੱਟ ਕਹਿੰਦੇ ਨੇ ਗੁਰੂ ਅੰਗਦ ਸਾਹਿਬ, ਜਦੋਂ ਤੁਸੀਂ ਆਪਣੇ ਨੇਤਰ ਖੋਲਦੇ ਹੋ ਨਾ, ਤੇਰੀ ਅੰਮ੍ਰਿਤ ਭਰੀ ਨਿਗਾਹ ਜਿਹਦੇ ਤੇ ਪੈ ਜਾਂਦੀ, ਉਹਦੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਚਲਾ ਜਾਂਦਾ। ਜਿਹਦੇ ਤੇ ਤੂੰ ਕਿਰਪਾ ਕਰਨਾ, ਉਹਦੇ ਅੰਦਰੋਂ ਦੁੱਖ ਚਲੇ ਜਾਂਦੇ ਨੇ। ਤੂੰ ਇੱਕ ਦਰਿਆ ਹੈ ਨਾ, ਤੇਰੇ ਵਿੱਚ ਇਸ਼ਨਾਨ ਕਰਨ ਵਾਲਿਆਂ ਦੇ ਪਾਪਾਂ ਦੀ ਮੈਲ ਲੈ ਜਾਂਦੀ। ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ, ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਵ ਦਿਨ ਦਰਿਆਓ ਜਨਮ ਹਮ ਕਾਲਕ ਧੋਵੈ। ਸੋ ਕਹੋ
टल गुर सेवियै ऐनिस सहज सुभाए, दर्शन परसे गुरु कै गुर प्रसाद। दर्शन परसे गुरु कै जन्म मरण दुख जाए। ताई बाबा कहते ने जे सो चंदा उगवे सूरज चढ़े हजार, इतै चानण हुंदियां गुर बिन घोर अंधार। गुर प्रसाद गुर बिन घोर अंधार, गुरु बिन समझ न आवे। गुर बिन सुरत न सिद्ध, गुरु बिन मुक्त न पावे। गुर कर सच विचार, गुरु कर रे मन मेरे। गुर प्रसाद गुरु की कृपा तो बिना कदी किसी नूं प्राप्ति नहीं हुई, ते उस गुरु नूं मिल जिदे पारे कहंदे ने जिस मिलिया मन होए आनंद। सो सतगुर कहिए मन की दुविधा बिनस जाए, हर परम पद लइए। नारायण नरपत नमस्कार है, ऐसे गुर को बल बल जाइए। आप मुक्त मोह तारै गुर प्रसाद, भूलै मार्ग जिन्हें बताया। ऐसा गुर वडभागी पाया, सिमर मना राम नाम चितारे। बस रहे हृदय गुर चरण प्यारे। गुर पूरा मेरी राख लई गुर प्रसाद, अमृत नाम हृदय में दीनो। जन्म जन्म की मैल गई, निवरे दूत दुष्ट बहराई। गुर पूरा का जपया जाप, कहा करे को बेचारा। प्रभ मेरे का बड़ प्रताप गुर प्रसाद। साहब कह लगे प्यारिया, जे कुछ लेना चाहने ते किरपा मंग, ते आपां भी किरपा मंगीए। कर्म ते साडे कोई नहीं जे छुटन वाले। मैं वैसे अपनी गल करना, साहब कहते ने किरत कर्म के विछड़े। कर्म में छोड़ जरूर देंदे ने पर मिलांदे नहीं। मिली दा किरपा नाल ही कर किरपा मेलो राम गुर प्रसाद। इन्नियां को बेनतियां प्रवान करया जे। इस तो अगे विचार आपां सोमवार नूं करांगे। जप की जपना है, किनू जपना है, जपदियां किहड़ियां गल्लां दा ख्याल रखना है। गुरु बख्शिश करन आउण वाले दिनां विच आपां साहिब दे बचन करिए। बेअंत भुलां हुंदियां ने। कई वारी सरूर विच आया होया बंदा जां प्रेम विच भजे हुए बंदे दे मुख विचों के शब्द अगे पिछे भी हो जाए तो कृपा करके बख्श दिया कर।